सत श्री अकाल बई सारिਆਂ ਨੂੰ। ਅੱਜ ਅਸੀਂ ਕੰਪਿਊਟਰ ਦਾ ਨੈਕਸਟ ਟੌਪਿਕ ਹੈ ਜਿਹੜਾ ਉਹ ਸਟਾਰਟ ਕਰਨ ਲੱਗੇ ਆ, ਜਿਹੜਾ ਹੈਗਾ ਜੀ ਡੇਟਾ ਕਮਿਊਨੀਕੇਸ਼ਨ ਐਂਡ ਨੈਟਵਰਕਿੰਗ ਦੇ ਬਾਰੇ ਦੇ ਵਿੱਚ। ਡੇਟਾ ਕਮਿਊਨੀਕੇਸ਼ਨ ਐਂਡ ਨੈਟਵਰਕਿੰਗ। ਜੇ ਅਸੀਂ ਪਟਵਾਰੀ ਦੇ ਪੇਪਰ ਦੀ ਗੱਲ ਕਰੀਏ ਜਾਂ ਪੰਜਾਬ ਦੇ ਪੇਪਰਾਂ ਦੀ ਗੱਲ ਕਰੀਏ ਤਾਂ ਨੈਟਵਰਕਿੰਗ ਜਿਹੜਾ ਤੁਹਾਡਾ ਟੌਪਿਕ ਹੈ ਉਹ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। 2-3 ਪੈਟ ਕੁਐਸਚਨਸ ਨੈਟਵਰਕਿੰਗ ਦੇ ਜਾਂ ਫਿਰ ਇੰਟਰਨੈਟ ਦੇ ਮਿਕਸਚਰ ਕਰਕੇ ਆ ਜਾਂਦੇ ਨੇ। ਸੋ ਟੌਪਿਕ ਈਜ਼ੀ ਆ ਔਰ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ, ਕਿਉਂਕਿ ਤੁਸੀਂ ਡੇਲੀ ਇਹਨਾਂ ਚੀਜ਼ਾਂ ਦੇ ਨਾਲ ਕੀ ਕਰਦੇ ਹੋਗੇ, ਇਨਫੋਰਮੇਸ਼ਨਸ ਵਗੈਰਾ ਐਕਸਚੇਂਜ ਕਰਦੇ ਹੋ ਮੋਬਾਈਲ ਫੋਨ ਦੇ ਥਰੂ, ਕੰਪਿਊਟਰਸ ਦੇ ਥਰੂ, ਤਾਂ ਤੁਹਾਨੂੰ ਥੋੜ੍ਹਾ ਜਿਹਾ ਇੰਟਰਸਟਿੰਗ ਲੱਗੂਗਾ। ਸਭ ਤੋਂ ਪਹਿਲਾਂ ਜੇ ਅਸੀਂ ਡੇਟਾ ਕਮਿਊਨੀਕੇਸ਼ਨ ਟਰਮ ਦੀ ਗੱਲ ਕਰੀਏ, ਡੇਟਾ ਮੀਨਸ ਰਾਜੇ ਤੁਹਾਡੀ ਕੋਈ ਵੀ ਇਨਫੋਰਮੇਸ਼ਨ ਜਾਂ ਕੋਈ ਵੀ ਇਹੋ ਜਿਹਾ ਪੈਟਰਨ ਜਿਹੜਾ ਡੇਟਾ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਸੈਂਡ ਕਰਨਾ ਹੈਗਾ। ਜਿਵੇਂ ਮੈਂ ਕਹਿਦਾ ਅਸੀਂ ਨਾਰਮਲੀ ਇਨਫੋਰਮੇਸ਼ਨ ਐਕਸਚੇਂਜ ਕਰਦੇ ਹਾਂ ਫੋਨਸ ਦੇ ਉੱਪਰ। ਅਸੀਂ ਕੀ ਕਰਦੇ ਹਾਂ, ਕਿਸੇ ਨੂੰ ਆਡੀਓ ਭੇਜਤੀ, ਕਿਸੇ ਨੂੰ ਵੀਡੀਓ ਭੇਜਤੀ, ਕਿਸੇ ਨੂੰ ਪਿਕਚਰ ਭੇਜਤੀ, ਕਿਸੇ ਨੂੰ ਟੈਕਸਟ ਭੇਜਤਾ, ਉਹ ਸਾਰਾ ਕੀ ਹੁੰਦਾ, ਡੇਟਾ ਹੀ ਹੁੰਦਾ। ਸੋ ਡੇਟਾ ਕੀ ਕਹਿ ਸਕਦੇ ਹਾਂ ਅਸੀਂ, ਤੁਹਾਡੇ ਕੋਈ ਵੀ ਟੈਕਸਟ ਹੋ ਗਏ, ਤੁਹਾਡੀ ਕੋਈ ਵੀ ਆਡੀਓ ਹੋਗੀ, ਤੁਹਾਡੀ ਕੋਈ ਵੀ ਵੀਡੀਓ ਹੋਗੀ, ਜਾਂ ਤੁਹਾਡੀ ਕੋਈ ਵੀ ਪਿਕਚਰ ਤੁਸੀਂ ਸ਼ੇਅਰ ਕਰਦੇ ਹੋ, ਕੋਈ ਵੀ PDF ਫਾਈਲਸ ਤੁਸੀਂ ਸ਼ੇਅਰ ਕਰਦੇ ਹੋ, ਉਹ ਸਾਰਾ ਕੀ ਹੁੰਦਾ, ਡੇਟਾ ਹੁੰਦਾ ਤੁਹਾਡਾ। ਠੀਕ ਹੈ। ਸੋ ਨੈਕਸਟ ਟਰਮ ਹੈਗੀ ਜਿਹੜੀ ਕਮਿਊਨੀਕੇਸ਼ਨ ਦੀ। ਕਮਿਊਨੀਕੇਸ਼ਨ ਦਾ ਮਤਲਬ ਜੇ ਅਸੀਂ ਨਾਰਮਲ ਲੈਂਗੁਏਜ ਦੇ ਵਿੱਚ ਸਮਝੀਏ ਤਾਂ ਕਮਿਊਨੀਕੇਸ਼ਨ ਦਾ ਮਤਲਬ ਹੁੰਦਾ ਹੈ ਗੱਲਬਾਤ ਕਰਨਾ। ਗੱਲਬਾਤ ਕਰਦੇ ਹਾਂ ਜਦੋਂ ਅਸੀਂ, ਉਦੋਂ ਅਸੀਂ ਕੀ ਐਕਸਚੇਂਜ ਕਰਦੇ ਹਾਂ, ਇਨਫੋਰਮੇਸ਼ਨ ਐਕਸਚੇਂਜ ਕਰਦੇ ਹਾਂ ਫਰੋਮ ਵਨ ਪਰਸਨ ਟੂ ਅਨਦਰ ਪਰਸਨ। ਫॉर एग्जांपल ਅਸੀਂ ਦੋ ਪਾਰਟੀਜ਼ ਹਾਂ, ਤੁਸੀਂ ਰਿਸੀਵਰ ਪਾਰਟੀ ਹੋ, ਮੈਂ ਸੈਂਡਰ ਪਾਰਟੀ ਹਾਂ। ਮੈਂ ਤੁਹਾਨੂੰ ਕੋਈ ਨਾ ਕੋਈ ਇਨਫੋਰਮੇਸ਼ਨ ਹੈ ਜਿਹੜੀ ਉਹ ਸੈਂਡ ਕਰ ਰਹੀ ਹਾਂ, ਜਾਂ ਇਨਫੋਰਮੇਸ਼ਨ ਹੈ ਜਿਹੜੀ ਤੁਹਾਨੂੰ ਦੇ ਰਹੀ ਹਾਂ, ਭੇਜ ਰਹੀ ਹਾਂ। ਠੀਕ ਹੈ। ਸੋ ਉਹੀ ਇਨਫੋਰਮੇਸ਼ਨ ਤੁਸੀਂ ਕੀ ਕਰੀ ਜਾਂਦੇ ਹੋ, ਦੂਸਰੇ ਐਂਡ ਤੇ ਰਿਸੀਵ ਕਰੀ ਜਾਂਦੇ ਹੋ। ਇਟ ਮੀਨਸ ਜਦੋਂ ਅਸੀਂ ਇਨਫੋਰਮੇਸ਼ਨ ਜਾਂ ਡੇਟਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਭੇਜਦੇ ਹਾਂ ਤਾਂ ਉਹ ਕੀ ਹੁੰਦਾ, ਤੁਹਾਡਾ ਕਮਿਊਨੀਕੇਸ਼ਨ ਹੁੰਦਾ ਆ। ਠੀਕ ਹੈ। ਕੀ ਮਤਲਬ ਹੋ ਗਿਆ ਕਮਿਊਨੀਕੇਸ਼ਨ ਦਾ, ਸੈਂਡਿੰਗ ਔਰ ਰਿਸੀਵਿੰਗ ਇਨਫੋਰਮੇਸ਼ਨ। ਕੀ ਮਤਲਬ ਹੋ ਗਿਆ ਕਮਿਊਨੀਕੇਸ਼ਨ ਦਾ, ਸੈਂਡਿੰਗ ਔਰ ਰਿਸੀਵਿੰਗ ਇਨਫੋਰਮੇਸ਼ਨ। ਕਿ ਇੱਕ ਪਰਸਨ ਹੈ ਸੈਂਡਰ ਜੋ ਕਿ ਇਨਫੋਰਮੇਸ਼ਨ ਸੈਂਡ ਕਰੀ ਜਾਂਦਾ ਹੈ, ਜਿਵੇਂ ਕਿ ਮੈਂ ਇੱਥੇ ਸੈਂਡਰ ਆ, ਜੇ ਆਪਾਂ ਤੁਹਾਡੀ ਗੱਲ ਕਰੀਏ ਤੁਸੀਂ ਇੱਥੇ ਕੀ ਹੋ, ਰਿਸੀਵਰ ਹੋ। ਤਾਂ ਜਦੋਂ ਤੁਹਾਡਾ ਸੈਂਡਰ ਔਰ ਰਿਸੀਵਰ ਹੈ ਜਿਹੜਾ ਇਨਫੋਰਮੇਸ਼ਨ ਨੂੰ ਰਿਸੀਵ ਕਰਦਾ ਹੈਗਾ ਤਾਂ ਉਹ ਤੁਹਾਡਾ ਕੀ ਹੁੰਦਾ ਹੈਗਾ, ਕਮਿਊਨੀਕੇਸ਼ਨ ਹੁੰਦਾ ਆ। ਠੀਕ ਹੈ। ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਹੈ, ਜਦੋਂ ਅਸੀਂ ਕਮਿਊਨੀਕੇਟ ਕਰਦੇ ਹਾਂ ਤਾਂ ਦੋ ਪਾਰਟੀਜ਼ ਦਾ ਪ੍ਰੈਜ਼ੈਂਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ। ਫॉर एग्जांपल ਮੈਂ ਕਿਸੇ ਨਾਲ ਗੱਲਬਾਤ ਕਰ ਰਹੀ ਹਾਂਗੀ ਤਾਂ ਜਿਹਦੇ ਨਾਲ ਮੈਂ ਗੱਲਬਾਤ ਕਰੂੰਗੀ ਉਹ ਫਰੰਟ ਤੇ ਪਰਸਨ ਵੀ ਤਾਂ ਹੋਣਾ ਜ਼ਰੂਰੀ ਹੈ। ਮੈਂ ਇਕੱਲੀ ਬੋਲੀ ਜਾਊਂਗੀ, ਉਹ ਕਮਿਊਨੀਕੇਸ਼ਨ ਨਹੀਂ ਹੁੰਦਾਗਾ। ਕਮਿਊਨੀਕੇਸ਼ਨ ਉਦੋਂ ਹੀ ਪੋਸੀਬਲ ਹੁੰਦਾ ਹੈ ਜਦੋਂ ਦੋ ਪਾਰਟੀਜ਼ ਹੋਣ, ਇੱਕ ਪਾਰਟੀ ਇਨਫੋਰਮੇਸ਼ਨ ਸੈਂਡ ਕਰਨ ਵਾਲੀ ਹੋਵੇ ਤੇ ਦੂਸਰੀ ਪਾਰਟੀ ਹੈ ਜਿਹੜੀ ਇਨਫੋਰਮੇਸ਼ਨ ਰਿਸੀਵ ਕਰਨ ਵਾਲੀ ਹੋਵੇ। ਠੀਕ ਹੈ। ਜੇ ਅਸੀਂ ਇਸ ਟਰਮ ਨੂੰ ਇਕੱਠਾ ਕੰਬਾਈਨ ਕਰੀਏ, ਡੇਟਾ ਕਮਿਊਨੀਕੇਸ਼ਨ ਦਾ ਮਤਲਬ ਕੀ ਹੈ, ਜਦੋਂ ਅਸੀਂ ਕਿਸੇ ਵੀ ਟੈਕਸਟ ਨੂੰ, ਆਡੀਓ ਨੂੰ, ਵੀਡੀਓ ਨੂੰ, ਪਿਕਚਰ ਨੂੰ, ਔਰ ਵੀ ਕੈਨ ਸੇ ਡੇਟਾ ਨੂੰ ਔਰ ਇਨਫੋਰਮੇਸ਼ਨ ਨੂੰ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਦੇ ਵਿੱਚ ਟਰਾਂਸਮਿਸ਼ਨ ਕਰਦੇ ਹਾਂ, ਭੇਜਦੇ ਹਾਂ, ਉਦੋਂ ਉਸ ਪ੍ਰੋਸੈਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ, ਡੇਟਾ ਕਮਿਊਨੀਕੇਸ਼ਨ ਬੋਲ ਦਿੰਦੇ ਹਾਂ। ਜੇ ਤੁਸੀਂ ਨੋਟਸ ਬਣਾਉਣੇ ਨੇ ਤਾਂ ਨਾਲ ਦੀ ਨਾਲ ਡੈਫੀਨੇਸ਼ਨਸ ਜ਼ਰੂਰ ਲਿਖੀ ਜਾਇਆ ਕਰੋ ਵੀਡੀਓ ਪੌਜ਼ ਕਰਕੇ, ਬਿਕਾਜ਼ ਕਈ ਵਾਰੀ ਤੁਹਾਨੂੰ ਡਾਇਰੈਕਟ ਡੈਫੀਨੇਸ਼ਨਸ ਦੇ ਕੁਐਸਚਨਸ ਵੀ ਆ ਜਾਂਦੇ ਹੁੰਦੇ ਨੇ ਔਰ ਤੁਹਾਡਾ ਕਨਸੈਪਟ ਉਸ ਲੈਵਲ ਦਾ ਅੱਛਾ ਕਲੀਅਰ ਹੋਵੇ ਤਾਂ ਤੁਹਾਨੂੰ ਈਜ਼ੀ ਹੋ ਜਾਂਦਾ ਹੈ। ਠੀਕ ਹੈ। ਹੁਣ ਮੈਂ ਗੱਲ ਕੀਤੀ ਹੈ ट्रांसमिशन दी, ट्रांसफर करन दी। फॉर एग्जांपल साडे कोल एक साइड की पार्टी है, सैंडर पार्टी है, तो एक साइड की पार्टी है राजे, रिसीवर पार्टी है। सो सैंडर ते रिसीवर तो कन्फ्यूज नहीं होनागा। सैंडर रिसीवर वो दो पार्टीज़, वो दो डिवाइसिस, वो दो परसनस होणगे जो कम्यूनीकेशन दे विच पार्टिसिपेट कर रहे ने। इत्थे असीं गल कर रहे हैं कंप्यूटर दी, तो मैं कहाँ कि सैंडर भी साडा एक कंप्यूटर होऊगा ते रिसीवर भी साडा एक कंप्यूटर होऊगा। सो जदों असीं एक कंप्यूटर तो दूसरे कंप्यूटर दे नाल इनफॉर्मेशन शेयर करनी है, डेटा एक्सचेंज करना आ, तो असीं किहड़ी टर्म यूज़ करते हैं जी, साडा कम्यूनीकेशन। तो मैं गल कीती सी ट्रांसमिशन दी, ट्रांसफर करन दी डेटा।
ਡੇਟਾ ਕਿਹੜੀ ਫਾਰਮ ਦੇ ਵਿੱਚ ਟ੍ਰਾਂਸਫਰ ਹੁੰਦਾ ਰਾਜੇ? ਜਦੋਂ ਅਸੀਂ ਡਿਜੀਟਲ ਵਰਲਡ ਦੀ ਗੱਲ ਕਰਦੇ ਹਾਂ, ਮੋਬਾਈਲ ਫੋਨਸ ਦੀ ਗੱਲ ਕਰਦੇ ਹਾਂ ਜਾਂ ਕੰਪਿਊਟਰਸ ਦੀ ਗੱਲ ਕਰਦੇ ਹਾਂ, ਡੇਟਾ ਹਮੇਸ਼ਾ ਕਿਹਦੇ ਥਰੂ ਟ੍ਰਾਂਸਫਰ ਹੁੰਦਾ ਹੈ? ਸਿਗਨਲਸ ਦੇ ਥਰੂ ਟ੍ਰਾਂਸਫਰ ਹੁੰਦਾ ਹੈਗਾ। ਇੰਪੋਰਟੈਂਟ ਕਨਸੈਪਟ ਹੈ, ਧਿਆਨ ਦੇ ਨਾਲ ਸੁਣਨਾ ਆ। ਜਦੋਂ ਅਸੀਂ ਡੇਟਾ ਟ੍ਰਾਂਸਮਿਸ਼ਨ ਕਰਦੇ ਹਾਂ, ਡੇਟਾ ਟ੍ਰਾਂਸਮਿਸ਼ਨ ਕਿਹਦੇ ਕਰਕੇ ਪੋਸੀਬਲ ਹੈ ਰਾਜੇ? ਸਿਗਨਲਸ ਦੇ ਕਰਕੇ, ਠੀਕ ਹੈ। ਜਦੋਂ ਅਸੀਂ ਡੇਟਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਭੇਜਦੇ ਹਾਂ ਤਾਂ ਡੇਟਾ ਟਰੈਵਲਿੰਗ ਹਮੇਸ਼ਾ ਕਿਹਦੇ ਨਾਲ ਹੋਊਗੀ? ਸਿਗਨਲਸ ਦੇ ਨਾਲ ਹੋਊਗੀ। ਸਾਡੇ ਕੋਲੇ ਹਮੇਸ਼ਾ ਦੋ ਟਾਈਪ ਦਾ ਡੇਟਾ ਹੁੰਦਾ, ਜਾਂ ਦੋ ਟਾਈਪ ਦੇ ਵੇ ਹੁੰਦੇ ਨੇ, ਜਾਂ ਦੋ ਟਾਈਪ ਦੇ ਸਿਗਨਲਸ ਹੁੰਦੇ ਨੇ। ਜੇ ਮੈਂ ਗੱਲ ਕਰਾਂ ਕਿਹੜੇ ਕਿਹੜੇ ਸਿਗਨਲਸ ਹੁੰਦੇ ਨੇ, ਇੱਕ ਸਾਡੇ ਕੋਲੇ ਹੁੰਦੇ ਨੇ ਐਨਾਲੌਗ ਸਿਗਨਲਸ ਤੇ ਇੱਕ ਸਾਡੇ ਕੋਲੇ ਹੁੰਦੇ ਨੇ ਡਿਜੀਟਲ ਸਿਗਨਲਸ। ਦੋ ਸਿਗਨਲਸ ਨੇ ਜਿਨ੍ਹਾਂ ਦੇ ਥਰੂ ਸਾਡਾ ਡੇਟਾ ਆ ਜਿਹੜਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਟ੍ਰਾਂਸਫਰ ਹੁੰਦਾ ਆ। ਅਸੀਂ ਪਹਿਲਾਂ ਔਰਲੀ ਅੰਡਰਸਟੈਂਡ ਕਰਦੇ ਹਾਂ। ਫॉर एग्जांपल दो पर्सन, दो पीसी, दो कोई भी ਇਹੋ ਜਿਹੇ ਸਿਸਟਮ ਜਿਹੜੇ ਆਪਸ 'ਚ ਕਮਿਊਨੀਕੇਟ ਕਰ ਰਹੇ ਨੇ, ਉਹਦੇ 'ਚ ਡੇਟਾ ਸੈਂਡ ਕਰਨ ਦੇ ਦੋ ਤਰੀਕੇ ਨੇ। ਜਾਂ ਤਾਂ ਅਸੀਂ ਉਹਨੂੰ ਕੀ ਕਰਾਂਗੇ, ਕਿਸੇ ਵਾਇਰ ਦੇ ਨਾਲ ਅਟੈਚ ਕਰਕੇ ਡੇਟਾ ਭੇਜ ਦਾਂਗੇ। ਫॉर एग्जांपल ਇੱਕ ਪੀਸੀ ਇੱਧਰਲੀ ਸਾਈਡ ਹੈ, ਇੱਕ ਪੀਸੀ ਇੱਧਰਲੀ ਸਾਈਡ ਹੈ, ਅਸੀਂ ਉਹਦੀ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਆ, ਅਸੀਂ ਉਹਨੂੰ ਇੱਕ ਲੈਨ ਕੇਬਲ ਯੂਜ਼ ਕਰਕੇ ਇਨਫੋਰਮੇਸ਼ਨ ਸ਼ੇਅਰ ਕਰ ਲਾਂਗੇ, ਤਾਂ ਉਹ ਕੀ ਹੋ ਗਿਆ, ਸਾਡਾ ਵਾਇਰਡ ਹੋ ਗਿਆ। ਜਾਂ ਫਿਰ ਉਹ ਸਾਡੇ ਸਿਗਨਲ ਕਿਹੜੇ ਹੋਣਗੇ? ਡਿਜੀਟਲ ਸਿਗਨਲਸ ਹੋਣਗੇ। ਪਰ ਕਈ ਵਾਰੀ ਅਸੀਂ ਇਨਫੋਰਮੇਸ਼ਨ ਕੀ ਸੈਂਡ ਕਰਦੇ ਹਾਂ? ਵਾਇਰਲੈਸਲੀ, ਜਿਵੇਂ ਅਸੀਂ ਬਲੂਟੁੱਥ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ, ਵਾਈਫਾਈ ਦੇ ਜਿਹੜਾ ਹੈਗਾ ਸਾਡੇ ਅਟੈਚਮੈਂਟਸ ਹੁੰਦੀਆਂ ਨੇ ਜਿੱਥੇ ਸਾਨੂੰ ਕਿਸੇ ਵਾਇਰ ਦੀ ਜ਼ਰੂਰਤ ਨਹੀਂ ਪੈਂਦੀ। ਔਰ ਜਿਹੜਾ ਤੁਹਾਡਾ ਡੇਟਾ ਹੈਗਾ ਆ ਉਹ ਥਰੂ ਹਵਾ ਦੇ ਕਹਿ ਲਓ ਜਾਂ ਸਿਗਨਲਸ ਦੇ, ਹਵਾ ਦੇ ਵਿੱਚ ਹੀ ਸਾਡੇ ਕੀ ਹੁੰਦੇ ਨੇ? ਸਿਗਨਲਸ ਹੁੰਦੇ ਨੇ ਜਦੋਂ ਅਸੀਂ ਵਾਇਰਲੈਸਲੀ ਕਨੈਕਟ ਕਰਦੇ ਹਾਂ। ਤਾਂ ਜਦੋਂ ਅਸੀਂ ਡੇਟਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਭੇਜਦੇ ਹਾਂ ਵਾਇਰਲੈਸ ਦੀ ਫਾਰਮ ਦੇ ਵਿੱਚ, ਵਿਦਆਊਟ ਵਾਇਰ ਦੀ ਫਾਰਮ ਦੇ ਵਿੱਚ, ਤਾਂ ਉਦੋਂ ਜਿਹੜਾ ਤੁਹਾਡਾ ਸਿਗਨਲ ਹੁੰਦਾ ਉਹ ਕਿਹੜਾ ਹੁੰਦਾ? ਐਨਾਲੌਗ ਸਿਗਨਲ ਹੁੰਦਾ। ਇਸ ਤੋਂ ਬਿਨਾਂ ਤਾਂ ਸਾਡੇ ਕੋਲੇ ਡੇਟਾ ਸੈਂਡ ਕਰਨ ਦੀ ਕੋਈ ਪ੍ਰੋਸੈਸ ਨਹੀਂ ਹੈਗੀ। ਸੋ ਅਸੀਂ ਜੇ ਕਹੀਏ ਕਿ ਸਾਡੇ ਜਦੋਂ ਅਸੀਂ ਡੇਟਾ ਕਮਿਊਨੀਕੇਸ਼ਨ ਕਰਦੇ ਹਾਂ ਤਾਂ ਸਾਡਾ ਡੇਟਾ ਜਿਹੜਾ ਕਿਹੜੀ ਫਾਰਮ ਦੇ ਵਿੱਚ ਟਰੈਵਲ ਕਰਦਾ ਹੈ? ਸਿਗਨਲ ਦੀ ਫਾਰਮ ਦੇ ਵਿੱਚ ਟਰੈਵਲ ਕਰਦਾ ਆ। ਤੇ ਸਿਗਨਲ ਕਿੰਨੇ ਟਾਈਪ ਦੇ ਹੁੰਦੇ ਨੇ? ਦੋ ਟਾਈਪ ਦੇ ਹੁੰਦੇ ਨੇ। ਸਭ ਤੋਂ ਪਹਿਲਾਂ ਕਿਹੜਾ ਸਿਗਨਲ ਹੈ ਰਾਜੇ? ਤੁਹਾਡੇ ਐਨਾਲੌਗ ਸਿਗਨਲਸ ਹੁੰਦੇ ਨੇ। ਐਨਾਲੌਗ ਸਿਗਨਲ ਦੀ ਡੈਫੀਨੇਸ਼ਨ ਲਿਖ ਲਓ, ਜਿੱਥੇ ਡੇਟਾ ਟ੍ਰਾਂਸਫਰ ਹੁੰਦਾ ਇਨ ਦਾ ਫਾਰਮ ਆਫ ਰੇਡੀਓ ਵੇਵਸ। ਲਿਖੋ, ਜਿੱਥੇ ਡੇਟਾ ਟ੍ਰਾਂਸਫਰ ਹੁੰਦਾ, ਡੇਟਾ ਟ੍ਰਾਂਸਫਰ ਇਨ ਦਾ ਫਾਰਮ ਆਫ ਰੇਡੀਓ ਵੇਵਸ। ਰੇਡੀਓ ਵੇਵਸ ਇੱਕ ਇਹੋ ਜਿਹਾ ਤਰੀਕਾ ਹੈ ਜਿੱਥੇ ਤੁਸੀਂ ਵਾਇਰਲੈਸਲੀ ਥਰੂ ਵੇਵਸ ਡੇਟਾ ਕੀ ਕਰਦੇ ਹੋਗੇ? ਸੈਂਡ ਕਰਦੇ ਹੋ। ਫॉर एग्जांपल ਸਾਡੇ ਟੈਲੀਫੋਨ ਲਾਈਨਸ, ਜਦੋਂ ਅਸੀਂ ਟੈਲੀਫੋਨ ਲਾਈਨਸ ਦੇ ਨਾਲ ਕਨੈਕਟ ਕਰਦੇ ਹਾਂ ਤਾਂ ਉਹ ਡੇਟਾ ਟ੍ਰਾਂਸਮਿਸ਼ਨ ਕਿਹੜੇ ਟਾਈਪ ਦੀ ਹੁੰਦੀ ਹੈ? ਐਨਾਲੌਗ ਸਿਗਨਲ ਦੀ ਹੁੰਦੀ ਹੈ। ਸੈਕਿੰਡ ਇਜ਼ ਅਬਾਊਟ ਡਿਜੀਟਲ ਸਿਗਨਲਸ। ਡਿਜੀਟਲ ਸਿਗਨਲਸ ਨੇ ਜਿਹੜੇ, ਉਹਦੇ 'ਚ ਕੀ ਹੁੰਦਾ? ਡੇਟਾ ਹਮੇਸ਼ਾ ਤੁਹਾਡਾ ਵਾਇਰ ਦੇ ਥਰੂ ਸੈਂਡ ਹੁੰਦਾ ਹੈਗਾ ਔਰ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਡੇਟਾ ਸੈਂਡ ਹੁੰਦਾ ਹੈਗਾ। ਵੀ ਕੈਨ ਸੇ ਕਿਹੜੀ ਫਾਰਮ ਦੇ ਵਿੱਚ? ਇਲੈਕਟ੍ਰੋਨਿਕ ਫਾਰਮ ਦੇ ਵਿੱਚ ਡੇਟਾ ਸੈਂਡ ਹੁੰਦਾ ਹੈਗਾ। ਵਟ ਇਟ ਮੀਨਸ, ਸਭ ਤੋਂ ਪਹਿਲਾਂ ਤਾਂ ਲਿਖੋ ਡਿਜੀਟਲ ਸਿਗਨਲ ਦੇ ਵਿੱਚ ਕਿਹੜਾ ਡਾਟਾ ਸੈਂਡ ਹੁੰਦਾ? ਕਿਹੜੀ ਫਾਰਮ ਦੇ ਵਿੱਚ? ਇਲੈਕਟ੍ਰੋਨਿਕ ਫਾਰਮ ਦੇ ਵਿੱਚ ਡੇਟਾ ਸੈਂਡ ਹੁੰਦਾ। ਸੈਕਿੰਡ ਪੁਆਇੰਟ, ਉਹ ਇਲੈਕਟ੍ਰੋਨਿਕ ਫਾਰਮ ਕਿਹੜੀ ਆ? ਉਹ ਹੁੰਦੀ ਆ ਰਾਜੇ 0 ਤੇ 1 ਦੀ ਫਾਰਮ। ਹਾਂਜੀ, ਵੈਰੀ ਵੈਰੀ ਇੰਪੋਰਟੈਂਟ। ਡਿਜੀਟਲ ਡੇਟਾ ਮੀਨਸ 0 ਤੇ 1 ਦੀ ਫਾਰਮ ਦੇ ਵਿੱਚ ਡੇਟਾ ਸੈਂਡ ਹੁੰਦਾ ਆ। ਹਾਂਜੀ, ਜੇ ਮੈਂ ਗੱਲ ਕਰਾਂ 0-1 ਦੀ ਤਾਂ ਇਹਦਾ ਥੋੜਾ ਜਿਹਾ ਮੈਂ ਤੁਹਾਨੂੰ ਸਮਝਾਦਾ ਕੀ ਹੈ। ਇਹ ਬਾਈਨਰੀ ਡਿਜਿਟਸ ਹੁੰਦੀਆਂ ਨੇ ਜਾਂ ਫਿਰ ਬਾਈਨਰੀ ਲੈਂਗੁਏਜ ਹੁੰਦੀ ਆ। ਜੇ ਅਸੀਂ ਗੱਲ ਕਰੀਏ ਸਾਡੇ ਨਾਰਮਲ ਵਰਲਡ ਦੀ ਤਾਂ ਅਸੀਂ ਲੈਂਗੁਏਜਸ ਡਿਫਰੈਂਟ ਸਮਝਦੇ ਹਾਂ। ਕੋਈ ਇੰਗਲਿਸ਼ ਸਮਝ ਰਿਹਾ, ਕੋਈ ਪੰਜਾਬੀ ਸਮਝ ਰਿਹਾ, ਕੋਈ ਹਿੰਦੀ ਐਕਸੈਟਰਾ, ਕੋਈ ਵੀ ਲੈਂਗੁਏਜਸ ਨੇ ਜਿਹੜੀਆਂ ਤੁਸੀਂ ਸਮਝਦੇ ਹੋ। ਪਰ ਕੰਪਿਊਟਰ ਹੈ ਨਾ ਤਾਂ ਤੁਹਾਡੀ ਇੰਗਲਿਸ਼ ਅੰਡਰਸਟੈਂਡ ਕਰਦਾ ਹੈ, ਨਾ ਹੀ ਤੁਹਾਡੀ ਪੰਜਾਬੀ ਤੇ ਨਾ ਹੀ ਤੁਹਾਡੀ ਇੰਗਲਿਸ਼, ਤਾਂ ਇਹ ਨਾ ਹੀ ਤੁਹਾਡੀ ਹਿੰਦੀ, ਕੁਝ ਹੋਰ ਲੈਂਗੁਏਜਸ। ਤਾਂ ਕੰਪਿਊਟਰ ਸਿਰਫ ਇੱਕ ਲੈਂਗੁਏਜ ਸਮਝਦਾ ਹੈ ਜਿਹੜੀ ਕਿ ਬਾਈਨਰੀ ਲੈਂਗੁਏਜ ਹੁੰਦੀ ਹੈ। ਕਈ ਵਾਰੀ ਤੁਹਾਨੂੰ ਕੁਐਸਚਨ ਵੀ ਪੁੱਛ ਲੈਂਦੇ ਨੇ। ਮੈਂ ਪਿੱਛੇ ਇੱਕ ਵੀਡੀਓ ਬਣਾਈ ਹੋਈ ਆ ਬਾਈਨਰੀ ਲੈਂਗੁਏਜ ਦੇ ਉੱਪਰ, MB ਦੇ ਉੱਪਰ ਕੀ ਹੁੰਦਾ, ਬਿਟ ਬਾਈਟ ਐਵਰੀਥਿੰਗ, ਉਹ ਤੁਸੀਂ ਕਲੀਅਰ ਕੱਟ ਇਹਦਾ ਕਨਸੈਪਟ ਉੱਥੇ ਦੇਖ ਸਕਦੇ ਹੋ। ਤਾਂ ਜਿਹੜਾ ਤੁਹਾਡਾ 0-1 ਹੈ ਇਹ ਕਿਹੜੀ ਫਾਰਮ ਹੋਗੀ? ਬਾਈਨਰੀ ਫਾਰਮ ਹੋਗੀ, ਬਾਈਨਰੀ ਲੈਂਗੁਏਜ ਹੋਗੀ। ਸੋ ਜਦੋਂ ਬੇਸਿਕਲੀ ਦੋ ਕੰਪਿਊਟਰ ਆਪਸ ਦੇ ਵਿੱਚ ਕਨੈਕਟ ਹੋਏ ਹੁੰਦੇ ਨੇ ਵਾਇਰ ਦੇ ਨਾਲ ਤਾਂ ਇਲੈਕਟ੍ਰੋਨਿਕਲੀ ਡੇਟਾ ਸੈਂਡ ਹੋ ਰਿਹਾ ਹੁੰਦਾ ਹੈਗਾ।
ਮੀਨਸ 0 ਤੇ 1 ਦੀ ਫਾਰਮ ਦੇ ਵਿੱਚ ਡੇਟਾ ਸੈਂਡ ਹੋ ਰਿਹਾ ਹੁੰਦਾ ਹੈ, ਜਿਹਨੂੰ ਤੁਸੀਂ ਕੀ ਬੋਲ ਦਿੰਦੇ ਹੋ, ਡਿਜੀਟਲ ਸਿਗਨਲਸ ਬੋਲ ਦਿੰਦੇ ਹੋ। ਠੀਕ ਹੈ ਜੀ, ਦੂਸਰਾ ਪੁਆਇੰਟ। ਤੀਸਰਾ ਪੁਆਇੰਟ ਕੀ ਹੈਗਾ ਕਿ ਸਾਡੇ ਕੋਲੇ ਦੋਨਾਂ ਦਾ ਕੰਬੀਨੇਸ਼ਨ ਹੁੰਦਾ ਆ। ਕੰਬੀਨੇਸ਼ਨ ਦਾ ਮਤਲਬ ਕੀ ਹੋ ਗਿਆ, ਸਾਡੇ ਹਾਈਬ੍ਰਿਡ ਸਿਗਨਲਸ ਹੁੰਦੇ ਨੇ। ਸਾਨੂੰ ਕਈ ਵਾਰੀ ਡੇਟਾ ਵਾਇਰਲੈਸਲੀ ਵੀ ਭੇਜਣਾ ਪੈਂਦਾ ਆ ਔਰ ਕਈ ਵਾਰੀ ਸਾਨੂੰ ਵਾਇਰਡ ਡੇਟਾ ਵੀ ਭੇਜਣਾ ਪੈਂਦਾ, ਜਾਂ ਫਿਰ ਕਹਿ ਲਓ ਕਿ ਕਈ ਵਾਰੀ ਅਸੀਂ ਕਮਿਊਨੀਕੇਸ਼ਨ ਜਾਂ ਡਾਟਾ ਟਰਾਂਸਫਰ ਕਰਦੇ ਹਾਂ ਰੇਡੀਓ ਵੇਵਸ ਦੀ ਫਾਰਮ ਦੇ ਵਿੱਚ ਔਰ ਕਈ ਵਾਰੀ ਅਸੀਂ ਕਰਦੇ ਹਾਂ ਡਿਜੀਟਲ ਫਾਰਮ ਦੇ ਵਿੱਚ। ਸੋ ਦੋਨੇ ਫਾਰਮ ਦਾ ਮਿਕਸਚਰ ਜਦੋਂ ਤੁਹਾਡੇ ਐਨਾਲੌਗ ਤੇ ਡਿਜੀਟਲ ਸਿਗਨਲਸ ਦਾ ਮਿਕਸਚਰ ਆਊਗਾ ਤਾਂ ਉਦੋਂ ਤੁਹਾਡੇ ਕਿਹੜੇ ਸਿਗਨਲਸ ਬਣਨਗੇ, ਹਾਈਬ੍ਰਿਡ ਸਿਗਨਲਸ ਬਣਨਗੇ। ਸੋ ਬੇਸਿਕਲੀ ਵੀ ਕੈਨ ਸੇ ਹਾਈਬ੍ਰਿਡ ਸਿਗਨਲ ਇਜ਼ ਦਾ ਮਿਕਸਚਰ ਆਫ ਐਨਾਲੌਗ ਪਲੱਸ ਡਿਜੀਟਲ ਸਿਗਨਲਸ। ਇਹ ਪੇਪਰ ਦੇ ਵਿੱਚ ਕਈ ਵਾਰੀ ਕੁਐਸਚਨ ਆ ਜਾਂਦਾ ਹੈ, ਐਨਾਲੌਗ ਸਿਗਨਲ ਕਿਹੜੀ ਫਾਰਮ ਦੇ ਵਿੱਚ ਹੁੰਦੇ ਨੇਗੇ, ਐਨਾਲੌਗ ਕਿਹੜੀ ਫਾਰਮ 'ਚ ਹੋਏ ਬਾਈ ਤੁਹਾਡੀ, ਇਨ ਦਾ ਫਾਰਮ ਆਫ ਰੇਡੀਓ ਵੇਵਸ ਵਾਇਰਲੈਸਲੀ। ਠੀਕ ਹੈ। ਸੈਕਿੰਡ ਪੁਆਇੰਟ, ਡਿਜੀਟਲ ਡੇਟਾ ਕਿਹੜਾ ਹੁੰਦਾ, 0 1 ਦੀ ਫਾਰਮ ਔਰ ਵੀ ਕੈਨ ਸੇ ਇਲੈਕਟ੍ਰੋਨਿਕ ਫਾਰਮ। ਹਾਈਬ੍ਰਿਡ ਸਿਗਨਲਸ ਕਿਹੜੇ ਹੁੰਦੇ ਨੇਗੇ, ਦੋਜ਼ ਸਿਗਨਲਸ ਵਿਚ ਆਰ ਦ ਕੰਬੀਨੇਸ਼ਨ ਆਫ ਐਨਾਲੌਗ ਪਲੱਸ ਡਿਜੀਟਲ ਆਰ called hybrid signals। ਸੋ ਜਦੋਂ ਅਸੀਂ ਡੇਟਾ ਕਮਿਊਨੀਕੇਸ਼ਨ ਕਰਦੇ ਹਾਂ ਤਾਂ ਟਰਾਂਸਮਿਸ਼ਨ ਹੁੰਦੀ ਆ, ਟਰਾਂਸਮਿਸ਼ਨ ਕਿਹਦੇ ਥਰੂ ਹੁੰਦੀ ਆ, ਵਾਇਆ ਸਿਗਨਲਸ ਹੁੰਦੀ ਆ। ਠੀਕ ਹੈ। ਸੋ ਇਹ ਹੋ ਗਿਆ ਤੁਹਾਡਾ ਡੇਟਾ ਕਮਿਊਨੀਕੇਸ਼ਨ। ਇਸ ਤੋਂ ਬਾਅਦ ਜਿਹੜਾ ਨੈਕਸਟ ਕਨਸੈਪਟ ਆ ਰਾਜੇ ਉਹ ਹੈਗਾ ਤੁਹਾਡਾ ਕਮਿਊਨੀਕੇਸ਼ਨ ਚੈਨਲ ਦਾ। ਵਾਟ ਇਟ ਮੀਨਸ, ਲਿਖ ਲਓ ਪਹਿਲਾਂ ਕਮਿਊਨੀਕੇਸ਼ਨ ਚੈਨਲਸ। ਕਮਿਊਨੀਕੇਸ਼ਨ ਚੈਨਲ ਦਾ ਕੀ ਮਤਲਬ ਹੁੰਦਾ ਹੈਗਾ ਕਿ ਜਦੋਂ ਅਸੀਂ ਸਿਗਨਲਸ ਭੇਜਦੇ ਹਾਂ ਦੋ ਲਿੰਕਡ ਡਿਵਾਈਸਸ ਦੇ ਵਿੱਚ, ਹੈ ਨਾ, ਮੈਂ ਤੁਹਾਨੂੰ ਦੱਸ ਕੇ ਹਟੀ ਹਾਂ ਕਿ ਅਸੀਂ ਸਿਗਨਲ ਭੇਜੇ, ਇੱਕ ਡਿਵਾਈਸ ਇੱਧਰ ਲੱਗਿਆ ਹੋਇਆ ਦੈਟ ਇਜ਼ ਸੈਂਡਰ, ਇੱਕ ਇੱਧਰ ਲੱਗਿਆ ਹੋਇਆ ਦੈਟ ਇਜ਼ ਰਿਸੀਵਰ। ਡਿਵਾਈਸ ਕੋਈ ਵੀ ਹੋ ਸਕਦੇ ਨੇ, ਦੋ ਕੰਪਿਊਟਰਸ, ਦੋ ਲੈਪਟਾਪਸ, ਦੋ ਮੋਬਾਈਲ ਫੋਨਸ, ਜਿੱਥੇ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਨੀ ਆ ਫਰੋਮ ਵਨ ਡਿਵਾਈਸ ਟੂ ਅਨਦਰ। ਸੋ ਸੈਂਡਰ ਸਾਈਡ ਸੈਂਡ ਹੋਊਗੀ ਇਨਫੋਰਮੇਸ਼ਨ, ਰਿਸੀਵਰ ਸਾਈਡ ਰਿਸੀਵ ਹੋਊਗੀ ਇਨਫੋਰਮੇਸ਼ਨ। ਸੋ ਬੇਸਿਕਲੀ ਕਮਿਊਨੀਕੇਸ਼ਨ ਚੈਨਲ ਦਾ ਕੀ ਮਤਲਬ ਹੁੰਦਾ ਹੈਗਾ ਕਿ ਜਦੋਂ ਅਸੀਂ ਦੋ ਲਿੰਕਡ ਡਿਵਾਈਸਸ ਦੇ ਵਿੱਚ ਇਨਫੋਰਮੇਸ਼ਨ ਭੇਜਦੇ ਹਾਂ ਤਾਂ ਇਨਫੋਰਮੇਸ਼ਨ ਕਿਹੜੀ ਫਾਰਮ ਦੇ ਵਿੱਚ ਜਾਂਦੀ ਹੈ, ਸਿਗਨਲ ਦੀ ਫਾਰਮ ਦੇ ਵਿੱਚ ਜਾਂਦੀ ਹੈ ਔਰ ਜਿਹੜੀ ਇਨਫੋਰਮੇਸ਼ਨ ਹੈ ਉਹ ਕਿਸ ਵੇ ਨਾਲ ਜਾਊਗੀ, ਇੱਕ ਤਰੀਕੇ ਨਾਲ ਜਾਊਗੀ ਕਿ ਵਾਪਸ ਵੀ ਆਊਗੀ। ਹੁਣ ਕਈ ਵਾਰੀ ਕੀ ਹੁੰਦਾ ਹੈਗਾ ਕਿ ਸੈਂਡਰ ਤੇ ਰਿਸੀਵਰ ਦੋ ਪਾਰਟੀਜ਼ ਨੇ। ਫੋਰ ਐਗਜ਼ਾਮਪਲ ਅਸੀਂ ਆ, ਮੈਂ ਇੱਕ ਸੈਂਡਰ ਵਾਲੀ ਸਾਈਡ ਤੇ ਆ, ਤੁਸੀਂ ਇੱਕ ਰਿਸੀਵਰ ਵਾਲੀ ਸਾਈਡ ਤੇ ਹੋ। ਤੁਸੀਂ ਜਿਹੜੀ ਇਹ ਵੀਡੀਓ, ਇਹ ਰਿਕਾਰਡਡ ਵੀਡੀਓ ਦੇਖੋਗੇ, ਇਹਦੇ 'ਚ ਕੌਣ ਹੋਊਗਾ, ਸੈਂਡਰ ਐਕਟਿਵ ਹੋਊਗਾ। ਵਟ ਇਟ ਮੀਨਸ ਕਿ ਮੈਂ ਇਨਫੋਰਮੇਸ਼ਨ, ਮੈਂ ਲੈਕਚਰ ਤੁਹਾਨੂੰ ਦੇ ਰਹੀ ਹਾਂ ਔਰ ਤੁਸੀਂ ਦੂਸਰੇ ਐਂਡ ਤੇ ਉਹ ਲੈਕਚਰ ਨੂੰ ਕੀ ਕਰ ਰਹੇ ਹੋ, ਰਿਸੀਵ ਕਰ ਰਹੇ ਹੋ, ਪਰ ਨਾਲ ਦੀ ਨਾਲ ਰਿਸਪੌਂਸ ਨਹੀਂ ਕਰਦੇ, ਕਿਉਂਕਿ ਰਿਸਪੌਂਸ ਹਮੇਸ਼ਾ ਕਿਹੜੀਆਂ ਕਲਾਸਿਸ ਦੇ ਵਿੱਚ ਹੁੰਦਾ ਹੈਗਾ, ਲਾਈਵ ਕਲਾਸਿਸ ਦੇ ਵਿੱਚ ਹੁੰਦਾ ਹੈਗਾ। ਤਾਂ ਇਹ ਰਿਕਾਰਡਡ ਵੀਡੀਓ ਆ ਜਿਹਦੇ 'ਚ ਸੈਂਡਰ ਐਕਟਿਵ ਹੈ, ਰਿਸੀਵਰ ਪੈਸਿਵ ਹੈ, ਪਰ ਰਿਸੀਵਰ ਹੈ ਜਿਹੜਾ ਇੱਕ ਟਾਈਮ ਤੇ ਇਨਫੋਰਮੇਸ਼ਨ ਰਿਸੀਵ ਕਰ ਰਿਹਾ ਵਿਦਾਊਟ ਇੰਟਰਪਟਿੰਗ ਸੈਂਡਰ। ਮਤਲਬ ਸੈਂਡਰ ਆਪਣੀ ਇਨਫੋਰਮੇਸ਼ਨ ਸੈਂਡ ਕਰੀ ਜਾਊ ਕਰੀ ਜਾਊ ਕਰੀ ਜਾਊ ਔਰ ਇੱਕ ਡਾਇਰੈਕਸ਼ਨ ਦੇ ਵਿੱਚ ਕਰੀ ਜਾਊਗਾ। ਠੀਕ ਹੈ। ਸੋ ਡੇਟਾ ਦਾ ਫਲੋ, ਜੇ ਆਪਾਂ ਆਪਣੀ ਕਮਿਊਨੀਕੇਸ਼ਨ ਦੀ ਗੱਲ ਕਰੀਏ, ਡੇਟਾ ਦਾ ਫਲੋ ਕਿੰਨੀ ਡਾਇਰੈਕਸ਼ਨ ਦੇ ਵਿੱਚ ਹੈ, ਇੱਕ ਡਾਇਰੈਕਸ਼ਨ ਦੇ ਵਿੱਚ ਹੈ ਔਰ ਉਹ ਕਿਵੇਂ ਆ, ਸੈਂਡਰ ਟੂ ਰਿਸੀਵਰ। ਜੋ ਮੈਂ ਸੈਂਡਰ ਪਾਰਟੀ ਹਾਂ ਤੁਹਾਨੂੰ ਕੰਟੀਨਿਊਸਲੀ ਡੇਟਾ ਸੈਂਡ ਕਰ ਰਿਹਾ ਸੈਂਡ ਕਰ ਰਿਹਾ ਸੈਂਡ ਕਰ ਰਿਹਾ। ਸੋ ਬੇਸਿਕਲੀ ਡੇਟਾ ਦਾ ਫਲੋ ਮੇਰੀ ਸਾਈਡ ਤੋਂ ਤੁਹਾਡੀ ਸਾਈਡ ਦੇ ਵਿੱਚ ਹੋ ਗਿਆ। ਸੋ ਕਮਿਊਨੀਕੇਸ਼ਨ ਚੈਨਲ ਦਾ ਇਹੀ ਮਤਲਬ ਹੈ ਕਿ ਜਿਹੜਾ ਤੁਹਾਡਾ ਡੇਟਾ ਫਲੋ ਕਰਦਾ ਆ ਉਹਦਾ ਵੇ ਕੀ ਹੁੰਦਾ ਹੈਗਾ, ਇੱਕ ਡਾਇਰੈਕਸ਼ਨ 'ਚ ਕਰਦਾ ਆ, ਦੋਨੋਂ ਡਾਇਰੈਕਸ਼ਨ ਦੇ ਵਿੱਚ ਹੁੰਦਾ ਆ ਜਾਂ ਫਿਰ ਮਿਕਸਚਰ ਹੁੰਦਾ ਆ। ਠੀਕ ਹੈ। ਸੋ ਜੇ ਅਸੀਂ ਗੱਲ ਕਰੀਏ ਕਮਿਊਨੀਕੇਸ਼ਨ ਚੈਨਲ ਦੀ, ਵੀ ਹੈਵ 3 ਟਾਈਪ ਆਫ ਕਮਿਊਨੀਕੇਸ਼ਨ ਚੈਨਲਸ। ਕਿਹੜੇ ਕਿਹੜੇ 3 ਚੈਨਲਸ ਹੁੰਦੇ ਨੇ? ਸਭ ਤੋਂ ਪਹਿਲਾ ਹੈਗਾ ਜੀ ਤੁਹਾਡਾ ਸਿੰਪਲੈਕਸ। ਪਹਿਲਾ ਚੈਨਲ ਕਿਹੜਾ ਹੈਗਾ, ਸਿੰਪਲੈਕਸ। ਠੀਕ ਹੈ। ਸਿੰਪਲੈਕਸ ਦੇ ਵਿੱਚ ਕੀ ਹੁੰਦਾ ਹੈਗਾ, ਜਿੱਥੇ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਔਰ ਜਿੱਥੇ ਜਿਹੜਾ ਤੁਹਾਡਾ ਡੇਟਾ ਆ ਉਹ ਹਮੇਸ਼ਾ ਇੱਕ ਡਾਇਰੈਕਸ਼ਨ ਦੇ ਵਿੱਚ ਫਲੋ ਕਰਦਾ ਆ ਤੇ ਉਹਦੇ 'ਚ ਕੀ ਹੁੰਦਾ, ਹਮੇਸ਼ਾ ਸੈਂਡਰ ਹੈ ਜਿਹੜਾ ਉਹ ਐਕਟਿਵ ਫਾਰਮ ਦੇ ਵਿੱਚ ਰਹਿੰਦਾ ਆ। ਜਿਵੇਂ ਅਸੀਂ ਆਪਣੀ ਐਗਜ਼ਾਮਪਲ ਲਈ ਸੀਗੀ, ਪਰ ਜੇ ਅਸੀਂ ਇਹਨੂੰ ਥੋੜਾ ਟੈਕਨੀਕਲੀ ਐਗਜ਼ਾਮਪਲ ਲੈ ਕੇ ਚੱਲੀਏ ਤਾਂ ਜਿਹੜੀ ਤੁਹਾਡੀ ਟੈਲੀਵਿਜ਼ਨ ਬ੍ਰੌਡਕਾਸਟਿੰਗ ਹੈ, ਤੁਸੀਂ ਰੇਡੀਓ ਸੁਣਦੇ ਹੋ, ਟੀਵੀ ਸੁਣਦੇ ਹੋ, ਟੀਵੀ ਦੇ ਉੱਪਰ ਨਿਊਜ਼ ਸੁਣ ਰਹੇ ਹੋ। ਠੀਕ ਹੈ। ਇੱਕ ਸਾਈਡ ਟੀਵੀ ਆ, ਇੱਕ ਸਾਈਡ ਤੁਸੀਂ ਹੋ। ਟੀਵੀ ਕੀ ਹੈ, ਇੱਕ ਸੈਂਡਰ ਆ ਤੇ ਤੁਸੀਂ ਕੀ ਹੋ, ਰਿਸੀਵਰ ਹੋ। ਟੀਵੀ ਕੰਟੀਨਿਊਸਲੀ ਤੁਹਾਨੂੰ ਇਨਫੋਰਮੇਸ਼ਨ ਟੀਵੀ ਦੇ ਉੱਪਰ ਆਈ ਜਾਂਦੀ ਹੈ, ਤੁਸੀਂ ਖਬਰਾਂ ਸੁਣੀ ਜਾਂਦੇ ਹੋ ਤੇ ਇੱਕ ਡਾਇਰੈਕਸ਼ਨ ਦੇ ਵਿੱਚ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚੀ ਜਾਂਦੀ ਆ। ਤੁਸੀਂ ਰਿਸੀਵਰ ਹੋ,
ਤੁਸੀਂ ਪਾਰਟਿਸਿਪੇਟ ਨਹੀਂ ਕਰਦੇ। ਜੇ ਤੁਹਾਨੂੰ ਕਿਸੇ ਖਬਰ ਤੇ ਡਾਊਟ ਹੁੰਦਾ, ਤੁਸੀਂ ਇਹ ਤਾਂ ਹੈ ਨਹੀਂਗਾ ਕਿ ਵਿਚਾਲੇ ਦੀ ਰੋਕ ਕੇ ਉਹਨੂੰ ਕਿਹਾ ਕਿ ਭਾਈ ਇਹ ਖਬਰ ਆਏ ਨਹੀਂ ਆਏ ਹੈਗੀ ਹੈ। ਤੁਹਾਡੇ ਕਮਿਊਨੀਕੇਸ਼ਨ ਦਾ ਕੋਈ ਮਤਲਬ ਨਹੀਂ ਹੁੰਦਾ, ਰਿਸੀਵਰ ਵਾਲੇ ਸਾਈਡ ਦਾ ਕੋਈ ਮਤਲਬ ਨਹੀਂ, ਸਿਰਫ ਸੈਂਡਰ ਐਕਟਿਵ ਹੋਊਗਾ। ਜਿੱਥੇ ਡੇਟਾ ਇੱਕ ਡਾਇਰੈਕਸ਼ਨ ਦੇ ਵਿੱਚ ਫਲੋ ਕਰੂਗਾ ਔਰ ਜਿੱਥੇ ਸਿਰਫ ਸੈਂਡਰ ਐਕਟਿਵ ਹੋਊਗਾ ਤੇ ਰਿਸੀਵਰ ਪੈਸਿਵ ਹੋ ਕੇ ਉਸ ਚੀਜ਼ ਨੂੰ ਦੇਖੂਗਾ, ਸੁਣੂਗਾ, ਉਸ ਚੈਨਲ ਨੂੰ ਅਸੀਂ ਕੀ ਬੋਲਦੇ ਹਾਂ, ਸਿੰਪਲੈਕਸ ਬੋਲਦੇ ਹਾਂ। ਸੋ ਬੇਸਿਕਲੀ ਵੀ ਕੈਨ ਸੇ ਦ ਫਲੋ ਆਫ ਡੇਟਾ ਇਜ਼ ਆਲਵੇਜ਼ ਇਨ ਵਨ ਡਾਇਰੈਕਸ਼ਨ। ਸੋ ਲਿਖੋ ਇਨ ਕੇਸ ਆਫ ਸਿੰਪਲੈਕਸ, in case of simplex the flow of data in one direction, always be in one direction। ਇਹ याद रखियो हमेशा एक डायरेक्शन ਦੇ ਵਿੱਚ ਹੋਊਗਾ, ठीक है जी। सो ਇਹਦੀ एग्जाम्पल की है, ਸਿੰਪਲੈਕਸ ਚੈਨਲ। ਸਿੰਪਲੈਕਸ ਚੈਨਲ ਨੂੰ ਅਸੀਂ ਕਿੱਥੇ ਦੇਖਦੇ ਹਾਂ, ਜਦੋਂ ਅਸੀਂ ਟਰਾਂਸਮਿਸ਼ਨ ਕਰਦੇ ਹਾਂ। फॉर एग्जाम्पल रेडियो कॉमा टेलीविजन ब्रॉडकास्टिंग। ਜਦੋਂ ਅਸੀਂ ਰੇਡੀਓ ਤੇ ਟੈਲੀਵਿਜ਼ਨ ਨੂੰ ਸੁਣਦੇ ਹਾਂ ਉਦੋਂ ਕਮਿਊਨੀਕੇਸ਼ਨ ਦਾ ਕਿਹੜਾ ਚੈਨਲ ਯੂਜ਼ ਹੋ ਰਿਹਾ ਹੁੰਦਾ ਹੈਗਾ, ਸਿੰਪਲੈਕਸ। ਸੈਕਿੰਡ ਜਿਹੜਾ ਇਹਦਾ ਟਾਈਪ ਹੈਗਾ ਰਾਜੇ ਉਹ ਹੈਗਾ ਹਾਫ ਡਿਊਪਲੈਕਸ। ਸੈਕਿੰਡ ਚੈਨਲ ਦਾ ਟਾਈਪ ਕਿਹੜਾ ਹੈਗਾ, ਹਾਫ ਡਿਊਪਲੈਕਸ, ठीक है। ਇਹਦੇ 'ਚ ਕੀ ਹੁੰਦਾ ਹੈਗਾ, ਜਿਹੜਾ ਤੁਹਾਡਾ ਡੇਟਾ ਆ ਉਹ ਬੋਥ ਡਾਇਰੈਕਸ਼ਨ ਦੇ ਵਿੱਚ ਫਲੋ ਹੁੰਦਾ ਹੈਗਾ। ਵਾਟ ਇਟ ਮੀਨਸ, ਇੱਕ ਸਾਈਡ ਤੁਹਾਡਾ ਸੈਂਡਰ ਲੱਗਿਆ ਹੋਇਆ, ਇੱਕ ਸਾਈਡ ਤੁਹਾਡੀ ਸੈਂਡਰ ਪਾਰਟੀ ਆ, दूसरी साइड थोड़ी केड़ी पार्टी है, रिसीवर पार्टी है। सेंडर इन्फॉर्मेशन सेंड करूगा, बिल्कुल। इस तो बाद जो रिसीवर वो इन्फॉर्मेशन नू रिसीव कर लूगा, उस तो बाद रिसीवर रिस्पॉन्स या फिर कोई इन्फॉर्मेशन बैक सेंड करूगा। वट इट मीनस इन केस ऑफ हाफ डिप्लैक्स सेंडर पार्टी और रिसीवर पार्टी दोनों एक्टिव फॉर्म दे विच हुंदे ने पर एक टाइम ते नहीं। ਜਾਂ ਫਿਰ ਅਸੀਂ ਕਹਿ ਦਈਏ ਹਾਫ ਡਿਪਲੈਕਸ ਦੇ ਵਿੱਚ ਡੇਟਾ ਫਲੋ ਹੁੰਦਾ ਜਿਹੜਾ ਉਹ ਬੋਥ ਡਾਇਰੈਕਸ਼ਨਸ ਦੇ ਵਿੱਚ ਹੁੰਦਾ ਆ, ਸੈਂਡਰ ਟੂ ਰਿਸੀਵਰ ਔਰ ਰਿਸੀਵਰ ਟੂ ਸੈਂਡਰ। ਬਟ ਇੱਥੇ ਕੀ ਆ, ਇੱਕ ਟਾਈਮ ਤੇ ਨਹੀਂ ਹੋਊਗਾ। ਇਹ ਨਹੀਂ ਹੋਊਗਾ ਕਿ ਸੈਂਡਰ ਵੀ ਇਨਫੋਰਮੇਸ਼ਨ ਭੇਜੀ ਜਾਂਦਾ ਹੈ, ਸੈਂਡਰ ਦੀ ਰਿਸੀਵਰ ਸੁਣੀ ਨਹੀਂ ਜਾਂਦਾ, ਰਿਸੀਵਰ ਵੀ ਇਨਫੋਰਮੇਸ਼ਨ ਭੇਜੀ ਜਾਂਦਾ। ਨੋ, ਸੈਂਡਰ ਪਹਿਲਾਂ ਇਨਫੋਰਮੇਸ਼ਨ ਭੇਜੂਗਾ आफ्टर रिसीविंग द इन्फॉर्मेशन। जो सेंडर वाली इन्फॉर्मेशन रिसीवर कोले पहुँच गई, इस तो बाद उस तो बाद की भेजूगा इन्फॉर्मेशन बैक सेंडर नू भेजूगा। सो ये डेफिनेशन जे असी लिखीए, जे असी हाफ डिप्लैक्स की डेफिनेशन लिखीए, इत्थे लिख दिनी आ हाफ डिप्लैक्स की डेफिनेशन, द डेटा कैन फ्लो इन बोथ डायरेक्शन। की हो सकता है, द data can flow in both directions। दोनों डायरेक्शंस दे विच डेटा फ्लो करदा हैगा, ठीक है। बट कॉन्ट्राडिक्शन की हैगा, बट नॉट एट अ सेम टाइम। की कॉन्ट्राडिक्शन है, बट नॉट एट अ सेम टाइम। एक टाइम ते नहीं करदागा, इक्को टाइम ते जे करदे ने तां जिहड़ा तुहाडा कनैक्शन है, ਜਿਹੜਾ ਤੁਹਾਡਾ ਸਿਗਨਲ ਆ ਉਹ ਬ੍ਰੇਕ ਹੋ ਜਾਂਦਾ ਹੈ ਔਰ ਜਿਹੜੀ ਇਨਫੋਰਮੇਸ਼ਨ ਤੁਸੀਂ ਮਿਕਸ ਭੇਜਦੇ ਹੋਗੇ ਉਹ ਕੀ ਹੋ ਜਾਂਦੀ ਹੈ, ਲੋਸਟ ਹੋ ਜਾਂਦੀ ਹੈ। ਇਹੋ ਜੀ ਐਗਜ਼ਾਮਪਲ ਸੋਚੋ ਜਿੱਥੇ ਤੁਹਾਡਾ ਡੇਟਾ ਦੋਨਾਂ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਆ, ਬਟ ਕੀ ਹੋ ਰਿਹਾ ਹੈਗਾ, ਇੱਕ ਟਾਈਮ ਤੇ ਇੱਕੋ ਹੀ ਪਾਰਟੀ ਇਨਫੋਰਮੇਸ਼ਨ ਸੈਂਡ ਕਰ ਰਹੀ ਹੈ। ਹਾਂਜੀ, ਤੁਸੀਂ ਸਾਰਿਆਂ ਨੇ ਫਿਲਮਾਂ ਦੇ ਵਿੱਚ, ਮੂਵੀਜ਼ ਦੇ ਵਿੱਚ ਇੱਕ ਚੀਜ਼ ਦੇਖੀ ਹੋਣੀ ਆ, ਵਾਕੀ ਟਾਕੀ। ਵਾਕੀ ਟਾਕੀ ਸਭ ਨੇ ਦੇਖਿਆ। ਜਿਹੜੇ ਤੁਹਾਡੇ ਪੁਲਿਸ ਵਾਲੇ ਹੁੰਦੇ ਨੇ ਜਾਂ ਤੁਹਾਡੇ ਆਰਮੀ ਵਾਲੇ ਬੰਦੇ ਹੁੰਦੇ ਨੇ, ਉਹਨਾਂ ਕੋਲ ਇੱਕ ਮੋਬਾਈਲ ਫੋਨ ਦੇ ਤਰੀਕੇ ਨਾਲ ਇੱਕ ਡਿਵਾਈਸ ਹੁੰਦਾ ਹੈਗਾ। ਉਹ ਕੀ ਕਰਦੇ ਨੇ ਕਿ ਕੋਈ ਵੀ ਕੋਡ ਇਨਫੋਰਮੇਸ਼ਨ ਬੋਲ ਕੇ ਕਹਿੰਦੇ ਨੇ ਓਵਰ। ਜਦੋਂ ਓਵਰ ਕਹਿੰਦੇ ਨੇ ਇਟ ਮੀਨਸ ਉਹਨਾਂ ਨੇ ਆਪਣੀ ਗੱਲ ਖਤਮ ਕਰ ਲਈ। ਉਸ ਤੋਂ ਬਾਅਦ ਰਿਸੀਵਰ ਹੈ ਜਿਹੜਾ ਰਿਸਪੌਂਸ ਕਰੂਗਾ। ਇੱਕ ਟਾਈਮ ਤੇ ਨਹੀਂ ਬੋਲਦੇ। ਜੇ ਕਿਤੇ ਇੱਕ ਟਾਈਮ ਤੇ ਬੋਲਦੇ ਨੇ ਫਿਰ ਤੁਸੀਂ ਦੇਖਿਆ ਹੋਣਾ ਕਿ ਖਰੜ ਖਰੜ ਜੀ ਹੋਣ ਲੱਗ ਜਾਂਦੀ ਹੈ ਔਰ ਕਨੈਕਸ਼ਨ ਬ੍ਰੇਕ ਹੋ ਜਾਂਦਾ, ਇਨਫੋਰਮੇਸ਼ਨ ਲੋਸਟ ਹੋ ਜਾਂਦੀ ਹੈ। ਸੋ ਉਹਦੀ ਐਗਜ਼ਾਮਪਲ ਸਾਡੇ ਕੋਲੇ ਕਿਹੜੀ ਹੈਗੀ, ਬਹੁਤ ਹੀ ਅੱਛੀ ਐਗਜ਼ਾਮਪਲ ਹੈ ਵਾਕੀ ਟਾਕੀ ਦੀ। ਵਾਕੀ ਟਾਕੀ ਦੇ ਵਿੱਚ ਅਸੀਂ ਕਿਹੜਾ ਇਨਫੋਰਮੇਸ਼ਨ ਚੈਨਲ, ਕਮਿਊਨੀਕੇਸ਼ਨ ਚੈਨਲ ਯੂਜ਼ ਕਰਦੇ ਹਾਂ, ਹਾਫ ਡਿਪਲੈਕਸ ਵਾਲਾ। ਨੈਕਸਟ ਜਿਹੜਾ ਸਾਡਾ ਕਮਿਊਨੀਕੇਸ਼ਨ ਹੈਗਾ ਚੈਨਲ ਹੈਗਾ ਉਹ ਹੈਗਾ ਜੀ ਤੁਹਾਡਾ ਫੁੱਲ ਡਿਪਲੈਕਸ। ਥਰਡ ਵਾਲਾ ਹੈਗਾ ਜੀ ਤੁਹਾਡਾ ਫੁੱਲ ਡਿਪਲੈਕਸ।
ਫੁੱਲ ਡਿਪਲੈਕਸ ਦੇ ਵਿੱਚ ਕੀ ਹੁੰਦਾ ਰਾਜੇ, ਇਨਫੋਰਮੇਸ਼ਨ ਦੋਨੋਂ ਡਾਇਰੈਕਸ਼ਨ ਦੇ ਵਿੱਚ ਫਲੋ ਕਰਦੀ ਆ, ਸੈਂਡਰ ਵੀ ਭੇਜਦਾ ਹੈ, ਰਿਸੀਵਰ ਵੀ ਭੇਜਦਾ ਹੈਗਾ, ਪਰ ਇੱਕੋ ਟਾਈਮ ਤੇ, ਠੀਕ ਹੈ ਜੀ। ਇਹਦੇ 'ਚ ਕੋਈ ਕਨੈਕਸ਼ਨ ਬ੍ਰੇਕ ਨਹੀਂ ਹੁੰਦਾ, ਕੋਈ ਇਨਫੋਰਮੇਸ਼ਨ ਲਾਸ ਨਹੀਂ ਹੁੰਦੀ, ਸੈਂਡਰ ਵੀ ਬੋਲੀ ਜਾਂਦਾ, ਰਿਸੀਵਰ ਵੀ ਬੋਲੀ ਜਾਂਦਾ, ਇੱਕੋ ਟਾਈਮ ਤੇ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਐਕਸਚੇਂਜ ਹੋਈ ਜਾਂਦੀ ਹੈ। ਇਹਦੀ ਐਗਜ਼ਾਮਪਲ ਕੀ ਹੁੰਦੀ ਹੈ, ਇਹਦੀ ਐਗਜ਼ਾਮਪਲ ਤੁਸੀਂ ਸੋਚ ਸਕਦੇ ਹੋ, ਤੁਹਾਡੇ ਦਿਮਾਗ 'ਚ ਆਈਡੀਆ ਆਇਆ, ਤੁਹਾਡੇ ਮੋਬਾਈਲ ਫੋਨਸ, ਜਦੋਂ ਤੁਸੀਂ ਆਪਣੇ ਮੋਬਾਈਲ ਫੋਨ ਤੇ ਗੱਲ ਕਰਦੇ ਹੋ, ਫॉर एग्जांपल ਦੋ ਪਰਸਨਸ ਗੱਲ ਕਰ ਰਹੇ ਨੇਗੇ, ਇੱਕ ਨੂੰ ਦੂਜੇ ਦੀ ਗੱਲ ਪਸੰਦ ਨਹੀਂ ਆਉਂਦੀ ਤਾਂ ਉਹ ਡੈਫੀਨੇਟਲੀ ਵਿੱਚ ਦੀ ਗੱਲ ਕੱਟ ਕੇ ਆਪਣੀ ਗੱਲ ਬੋਲੀ ਜਾਂਦਾ, ਆਪਣੀ ਗੱਲ ਬੋਲੀ ਜਾਂਦਾ, ਕਨੈਕਸ਼ਨ ਤਾਂ ਨਹੀਂ ਬ੍ਰੇਕ ਹੁੰਦਾ ਨਾ, ਤਾਂ ਉਹ ਡਿਫਰੈਂਟ ਹੈ ਵੀ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ, ਨਾ ਤੁਹਾਨੂੰ ਆਪਣੀ ਗੱਲ ਕਹੀ ਸਮਝ ਆਉਂਦੀ ਹੈ ਨਾ ਸਾਹਮਣੇ ਵਾਲੇ ਪਰਸਨ ਦੀ, ਬਟ ਜਿਹੜਾ ਇੱਕ ਟੈਕਨੀਕਲੀ ਅਸੀਂ ਦੇਖੀਏ ਕਨੈਕਸ਼ਨ ਬਣਿਆ ਰਹਿੰਦਾ, ਕਨੈਕਸ਼ਨ ਮੇਨਟੇਨ ਰਹਿੰਦਾ, ਇਨਫੋਰਮੇਸ਼ਨ ਐਕਸਚੇਂਜ ਹੋ ਰਹੀ ਹੁੰਦੀ ਆ। ਸੋ ਬੇਸਿਕਲੀ ਇਨ ਕੇਸ ਆਫ ਫੁੱਲ ਡਿਪਲੈਕਸ ਡੇਟਾ ਕੈਨ ਫਲੋ ਇਨ ਬੋਥ ਡਾਇਰੈਕਸ਼ਨ, ਡੇਟਾ ਕੈਨ ਫਲੋ ਇਨ both direction, data can flow in both direction, ਠੀਕ ਹੈ। ਇਹ ਸੇਮ ਹੈ ਤੁਹਾਡੇ ਹਾਫ ਮੰਗੂ, ਹਾਫ ਦੇ ਵਿੱਚ ਵੀ ਹੁੰਦਾ ਆ, ਬਟ ਉੱਥੇ ਕੀ ਹੁੰਦਾ ਹੈ, ਨਾਟ ਐਟ ਦਾ ਸੇਮ ਟਾਈਮ, ਤੇ ਇੱਥੇ ਕੀ ਹੁੰਦਾ ਹੈ, ਦਾ ਫਲੋ ਆਫ ਡੇਟਾ ਇਨ ਬੋਥ ਦਾ ਡਾਇਰੈਕਸ਼ਨ ਐਂਡ ਐਟ ਦਾ ਸੇਮ ਟਾਈਮ, ਠੀਕ ਹੈ, ਐਟ ਅ ਸੇਮ ਟਾਈਮ, ਐ ਲਿਖ ਲਓ। ਐਗਜ਼ਾਮਪਲ ਮੋਬਾਈਲ ਫੋਨਸ, ਮੋਬਾਈਲ ਫੋਨਸ 'ਤੇ ਜਦੋਂ ਤੁਸੀਂ ਕਮਿਊਨੀਕੇਸ਼ਨ ਕਰਦੇ ਹੋ, ਮੋਬਾਈਲ ਫੋਨ 'ਤੇ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਤਾਂ ਡੇਟਾ ਕਿਹੜੀ ਫਾਰਮ 'ਚ ਜਾਂਦਾ ਹੈ, ਫੁੱਲ ਡਿਪਲੈਕਸ ਫਾਰਮ ਦੇ ਵਿੱਚ ਜਾਂਦਾ ਹੈ, ਠੀਕ ਹੈ ਜੀ। ਸੋ ਇਹ ਸੀਗੇ ਤੁਹਾਡੇ ਕਮਿਊਨੀਕੇਸ਼ਨ ਚੈਨਲ। ਵੀ ਹੈਵ 3 ਟਾਈਪ ਆਫ ਕਮਿਊਨੀਕੇਸ਼ਨ ਚੈਨਲ ਐਂਡ ਵੀ ਹੈਵ 3 ਟਾਈਪ ਆਫ ਸਿਗਨਲਸ। ਇਹਨਾਂ ਦੇ ਵਿੱਚ ਡਿਫਰੈਂਸ ਰੱਖਣਾ ਹੈ, ਵਟ ਇਜ਼ ਸਿਗਨਲ ਔਰ ਵਟ ਇਜ਼ ਚੈਨਲ, ਠੀਕ ਹੈ। ਨੈਕਸਟ ਜਿਹੜਾ ਸਾਡਾ ਟੌਪਿਕ ਹੈਗਾ ਆ ਡੇਟਾ ਕਮਿਊਨੀਕੇਸ਼ਨ ਜਾਂ ਨੈਟਵਰਕਿੰਗ ਦੇ ਵਿੱਚ। ਨੈਟਵਰਕਿੰਗ ਤੇ ਤਾਂ ਹਜੇ ਅਸੀਂ ਆਈ ਨਹੀਂ, ਹਜੇ ਅਸੀਂ ਸਿਰਫ ਡੇਟਾ ਕਮਿਊਨੀਕੇਸ਼ਨ ਕਰ ਰਹੇ ਹਾਂ ਕਿ ਡੇਟਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕਿਵੇਂ ਭੇਜਾਂਗੇ। ਇਹਦੀ ਨੈਕਸਟ ਐਡਵਾਂਸ ਫਾਰਮ ਹੈ ਨੈਟਵਰਕਿੰਗ, ਬਿਕਾਜ਼ ਨੈਟਵਰਕਿੰਗ ਦਾ ਮਤਲਬ ਵੀ ਇਹੀ ਹੁੰਦਾ ਕਿ ਤੁਹਾਡਾ ਡੇਟਾ ਔਰ ਇਨਫੋਰਮੇਸ਼ਨ ਸ਼ੇਅਰ ਹੋ ਰਹੀ ਹੈ, ਠੀਕ ਹੈ। ਸੋ ਨੈਕਸਟ ਜਿਹੜਾ ਸਾਡਾ ਬਣੂਗਾ ਉਹ ਬਣੂਗਾ ਕਮਿਊਨੀਕੇਸ਼ਨ ਮੀਡੀਆ। ਕਮਿਊਨੀਕੇਸ਼ਨ ਮੀਡੀਆ, ਮੀਡੀਆ ਮਤਲਬ ਮਾਧਿਅਮ। ਜਦੋਂ ਤੁਸੀਂ ਕੋਈ ਵੀ ਚੀਜ਼ ਭੇਜਦੇ ਹੋ, ਐਜ਼ ਆਈ ਟੋਲਡ ਯੂ, ਉਹ 2 ਫਾਰਮ ਦੇ ਵਿੱਚ ਹੋ ਸਕਦੀ ਆ, ਜਾਂ ਵਾਇਰ ਫਾਰਮ ਦੇ ਵਿੱਚ ਹੋ ਸਕਦੀ ਹੈ, ਜਾਂ ਤਾਂ ਤੁਸੀਂ 2 ਸਿਸਟਮਸ ਨੂੰ ਆਪਸ ਦੇ ਵਿੱਚ ਵਾਇਰ ਨਾਲ ਅਟੈਚ ਕਰ ਲਓਗੇ ਤੇ ਇਨਫੋਰਮੇਸ਼ਨ ਭੇਜ ਦੋਗੇ, ਜਾਂ ਤੁਸੀਂ 2 ਸਿਸਟਮਸ ਨੂੰ ਵਾਇਰਲੈਸਲੀ ਅਟੈਚ ਕਰ ਦੋਗੇ। ਵਾਇਰ ਨਾਲ ਅਟੈਚ ਦਾ ਕੀ ਹੈ, ਜਿਵੇਂ ਅਸੀਂ ਲੈਨ ਕੇਬਲਸ ਲਾਉਂਦੇ ਹਾਂ, ਸਾਡੀ ਕੇਬਲਸ ਦੇ ਥਰੂ ਸਿਸਟਮ ਅਟੈਚ ਹੁੰਦੇ ਨੇ। ਸਾਡੀ ਟੀਵੀ ਕੇਬਲ ਆ, ਉਹ ਵੀ ਇੱਕ ਵਾਇਰਡ ਮੀਡੀਆ ਹੀ ਹੁੰਦੀ ਆ, ਹੈ ਨਾ। ਸਾਡੇ ਸ਼ਹਿਰਾਂ ਦੇ ਵਿੱਚ ਕੇਬਲ ਸਿਸਟਮ ਲੱਗਿਆ ਹੁੰਦਾ ਹੈਗਾ, ਕੇਬਲ ਟੂ ਕੇਬਲ, ਕੇਬਲ ਟੂ ਕੇਬਲ। ਟੀਵੀ ਹਰੇਕ ਦੇ ਘਰੇ ਕੇਬਲ ਟੀਵੀ ਦੀ ਜਿਹੜੀ ਉਹ ਹੈ ਕਨੈਕਟੀਵਿਟੀ ਆਉਂਦੀ ਆ। ਦੂਸਰੀ ਜਿਹੜੀ ਫਾਰਮ ਆ ਵਾਇਰਲੈਸ ਹੁੰਦੀ ਹੈ, ਜਿਵੇਂ ਅਸੀਂ ਵਾਈਫਾਈ ਚਲਾਏ ਹੋਏ ਨੇ, ਬਲੂਟੁੱਥ ਚਲਾਏ ਹੋਏ ਨੇ, ਇਹ ਸਾਰੇ ਵਾਇਰਲੈਸ ਫਾਰਮ ਨੇ। ਸੋ ਵੀ ਕੈਨ ਸੇ ਦੈਟ ਕਮਿਊਨੀਕੇਸ਼ਨ ਮੀਡੀਆ ਦਾ ਕੀ ਮਤਲਬ ਹੋ ਗਿਆ, ਜਦੋਂ ਅਸੀਂ ਇਨਫੋਰਮੇਸ਼ਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਭੇਜਦੇ ਹਾਂ, ਉਹਦਾ ਮਾਧਿਅਮ ਕੀ ਹੈ। ਅਸੀਂ ਕਿਸੇ ਤਾਰ ਨਾਲ ਭੇਜਦੇ ਹਾਂ, ਅਸੀਂ ਵਿਦਾਊਟ ਕਿਸੇ ਵਾਇਰ ਭੇਜ ਰਹੇ ਹਾਂ, ਠੀਕ ਹੈ। ਸੋ ਜੇ ਅਸੀਂ ਗੱਲ ਕਰੀਏ ਕਮਿਊਨੀਕੇਸ਼ਨ ਮੀਡੀਆ ਦੀ, ਵੀ ਹੈਵ 2 ਟਾਈਪ ਆਫ ਕਮਿਊਨੀਕੇਸ਼ਨ ਮੀਡੀਆ। ਫਸਟ ਇਜ਼ ਵਾਇਰਡ ਮੀਡੀਆ, ਸੈਕਿੰਡ ਇਜ਼ ਵਾਇਰਲੈਸ ਮੀਡੀਆ, ਠੀਕ ਹੈ ਜੀ। ਇਹਨਾਂ ਦੇ 2 ਹੋਰ ਨਾਮ ਨੇ, ਕਈ ਵਾਰੀ ਐਗਜ਼ਾਮ ਦੇ ਵਿੱਚ ਤੁਹਾਨੂੰ ਉਹ 2 ਨਾਮ ਆ ਜਾਂਦੇ ਨੇ, ਸੋ ਡੋਂਟ ਬੀ ਗੈਟ ਕਨਫਿਊਜ਼। ਕਿਹੜੇ ਉਹ ਨਾਮ ਨੇ ਰਾਜੇ, ਵਾਇਰਡ ਔਰ ਗਾਈਡਡ ਮੀਡੀਆ। ਵੀ ਕੈਨ ਸੇ ਗਾਈਡਡ ਮੀਡੀਆ ਔਰ ਵਾਇਰਲੈਸ ਔਰ ਅਨਗਾਈਡਡ ਮੀਡੀਆ, ਇਹ ਯਾਦ ਰੱਖਣਾ ਹੈ, ਠੀਕ ਹੈ। ਸੋ ਕਮਿਊਨੀਕੇਸ਼ਨ ਮੀਡੀਆ ਕਿੰਨੇ ਕੈਟਾਗਰੀ ਦੇ ਵਿੱਚ ਡਿਵਾਈਡ ਹੋਇਆ, 2 ਕੈਟਾਗਰੀਜ਼ ਦੇ ਵਿੱਚ। ਉਹ ਕਿਹੜੇ ਨੇ, ਵਾਇਰਡ ਔਰ ਗਾਈਡਡ, ਵਾਇਰਲੈਸ ਔਰ ਅਨਗਾਈਡਡ। ਕਨਫਿਊਜ਼ ਨਾ ਹੋਇਓ, ਠੀਕ ਹੈ। 1 ਬਾਈ 1 ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਾਡੇ ਵਾਇਰਡ ਜਾਂ ਗਾਈਡਡ ਮੀਡੀਆ ਦੀ। ਸਾਡੇ ਕੋਲੇ ਕਿਸ ਟਾਈਪ ਦੀਆਂ ਵਾਇਰਸ ਨੇ ਜਿਹੜੀਆਂ ਹੁੰਦੀਆਂ ਨੇਗੀਆਂ, ਜਿਹਦੇ ਥਰੂ ਅਸੀਂ ਇਨਫੋਰਮੇਸ਼ਨ ਜਾਂ ਕਮਿਊਨੀਕੇਸ਼ਨ ਪੋਸੀਬਲ ਕਰਾਉਂਦੇ ਹਾਂ, ਠੀਕ ਹੈ। ਜੇ ਮੈਂ ਗੱਲ ਕਰਾਂ, ਤੁਸੀਂ ਡੈਫੀਨੇਟਲੀ ਡਿਫਰੈਂਟ ਤਰੀਕੇ ਦੇ ਨਾਲ ਜਿਹੜੀਆਂ ਵਾਇਰਸ ਨੇ ਉਹ ਦੇਖੀਆਂ ਹੋਣਗੀਆਂ। ਉਹ ਕਿਹੜੀਆਂ ਵਾਇਰਸ ਹੋਣਗੀਆਂ, ਇੱਕ ਤਾਂ ਤੁਸੀਂ ਟੀਵੀ ਕੇਬਲ ਵਾਲੀ ਵਾਇਰ ਦੇਖਦੇ ਹੋ, ਠੀਕ ਹੈ। ਉਹਨੂੰ ਤੁਸੀਂ ਅੰਦਰੋਂ ਦੇਖੋਗੇ, ਉਹਦੀ ਜਿਹੜੀ ਕਹਿ ਲਓ ਕਿ ਜਿਹੜੀ ਉਹਦੀ ਮੈਨੂਫੈਕਚਰਿੰਗ ਆ, ਜਾਂ ਜਿਹੜੀ ਉਹਦੀ ਬਣੀ ਹੋਈ ਆ, ਜਾਂ ਉਹਦੀ ਸ਼ੇਪ ਆ, ਉਹ ਕੁਛ ਡਿਫਰੈਂਟ ਟਾਈਪ ਦੀ ਹੋਊਗੀ। ਹੋਰ ਕਾਫੀ ਇਹੋ ਜਿਹੀਆਂ ਵਾਇਰਸ, ਜਿਵੇਂ ਅਸੀਂ ਘਰਾਂ ਦੇ ਵਿੱਚ ਇੰਟਰਨੈਟ ਚਲਾਉਂਦੇ ਹਾਂ, ਸਾਡੇ ਫਾਈਬਰ ਆਪਟਿਕ ਵਾਲਾ ਇੰਟਰਨੈਟ ਬਹੁਤ ਫੇਮਸ ਹੋ ਰਿਹਾ ਅੱਜ ਕੱਲ੍ਹ। ਜੀਓ ਵਾਲੇ ਕਹਿ ਰਹੇ ਨੇ ਅਸੀਂ ਫਾਈਬਰ ਨੈੱਟ ਲੈ ਕੇ ਆ ਰਹੇ ਹਾਂ, ਫਾਈਬਰ ਨੈੱਟ ਲੈ ਕੇ ਆ ਰਹੇ ਹਾਂ, ਤਾਂ
ਤਾਂ ਉਹਦੀ ਅਟੈਚਮੈਂਟ ਸਾਡੇ ਤਾਂ ਵਾਈਫਾਈ ਲੱਗੇ ਨੇ, ਪਰ ਉਹ ਜਿਹੜੀ ਮੇਨ ਅਟੈਚਮੈਂਟ ਆ ਉਹ ਤਾਂ ਵਾਇਰਸ ਦੇ ਥਰੂ ਲੈ ਕੇ ਆਏ ਨੇ ਨਾ, ਸਾਡੇ ਘਰਾਂ 'ਚ ਵਾਈਫਾਈ ਅਟੈਚ ਕਰਤੇ ਉਹਨਾਂ ਨੇ, ਠੀਕ ਹੈ। ਇੱਕ ਸਾਨੂੰ ਮਾਡਮ ਦਿੱਤਾ, ਮਾਡਮ ਦੇ ਵਿੱਚ ਵਾਇਰ ਲੱਗੀ ਆ, ਪਰ ਸਾਡੇ ਸਿਸਟਮ ਉਹਦੇ ਨਾਲ ਵਾਇਰਲੈਸਲੀ ਅਟੈਚ ਹੁੰਦੇ ਨੇਗੇ, ਠੀਕ ਹੈ। ਸੋ ਜੇ ਅਸੀਂ ਉਹਨਾਂ ਦੀ ਕਨਫੀਗਰੇਸ਼ਨ ਦੇਖਾਂਗੇ ਤਾਂ ਆਲਵੇਜ਼ ਡਿਫਰੈਂਟ ਹੁੰਦੀ ਆ। ਵਾਇਰਸ ਹਮੇਸ਼ਾ ਜ਼ਰੂਰਤ ਦੇ ਅਕੋਰਡਿੰਗ ਹੁੰਦੀਆਂ ਨੇਗੀਆਂ ਕਿ ਅਸੀਂ ਥੋੜ੍ਹੀ ਜਗ੍ਹਾ 'ਤੇ ਕਮਿਊਨੀਕੇਸ਼ਨ ਕਰਨਾ ਹੈ ਜਾਂ ਸਾਡਾ ਕਮਿਊਨੀਕੇਸ਼ਨ ਹੈ ਜਿਹੜਾ ਬਹੁਤ ਡਿਸਟੈਂਸ ਵਾਲਾ ਆ, ਤਾਂ ਉਹਦੇ ਅਕੋਰਡਿੰਗ ਵਾਇਰ ਰੈਡੀ ਕੀਤੀਆਂ ਜਾਂਦੀਆਂ ਨੇ। ਜਦੋਂ ਅਸੀਂ ਇੱਕ ਲੈਸ ਡਿਸਟੈਂਸ 'ਤੇ ਕਮਿਊਨੀਕੇਸ਼ਨ ਕਰਨਾ ਆ, ਦੋ ਸਿਸਟਮਸ ਨੂੰ ਜੋੜਨਾ ਹੈ, ਤਾਂ ਵਾਇਰ ਦੀ ਜਿਹੜੀ ਕਨਫੀਗਰੇਸ਼ਨ ਆ ਡਿਫਰੈਂਟ ਤਰੀਕੇ ਨਾਲ ਹੁੰਦੀ ਆ, ਅਤੇ ਜਦੋਂ ਅਸੀਂ ਡਿਸਟੈਂਸ 'ਤੇ ਕਰਨੀ ਆ ਤਾਂ ਉਦੋਂ ਡਿਫਰੈਂਟ ਤਰੀਕੇ ਦੇ ਨਾਲ ਹੁੰਦੀ ਹੈ। ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲੀ ਵਾਇਰ ਦੀ, ਵਾਇਰ ਮੀਡੀਆ ਜਾਂ ਵਾਇਰਡ ਕਮਿਊਨੀਕੇਸ਼ਨ, ਠੀਕ ਹੈ। ਸਭ ਤੋਂ ਪਹਿਲੀ ਟਾਈਪ ਇਹਦੀ ਰਾਜੇ ਹੈਗੀ ਆ ਟਵਿਸਟਡ ਪੇਅਰ ਕੇਬਲ। ਸਭ ਤੋਂ ਫਸਟ ਟਾਈਪ ਤੁਸੀਂ ਸੁਣਿਆ ਵੀ ਹੋਣਾ, ਜਿਹੜੇ ਬੱਚਿਆਂ ਨੂੰ ਥੋੜ੍ਹਾ ਜਿਹਾ ਟੱਚ 'ਚ ਹੈਗੇ ਹੋ, ਟਵਿਸਟਡ ਪੇਅਰ ਕੇਬਲ। ਜਿਹੜੀ ਥੋੜੀ ਟਵਿਸਟਡ ਪੇਅਰ ਕੇਬਲ ਹੁੰਦੀ ਹੈ, ਇਹਦੇ ਨਾਲ ਟਵਿਸਟਡ ਪੇਅਰ ਕਿਉਂ ਰੱਖਿਆ ਹੈ? ਕਿਉਂਕਿ ਇਹ ਜਦੋਂ ਆਪਸ ਦੇ ਵਿੱਚ ਕੇਬਲ ਬਣੀ ਹੁੰਦੀ ਹੈ ਨਾ, ਤਾਂ ਇਸ ਟਾਈਪ ਦੀ ਕੇਬਲ ਬਣੀ ਹੁੰਦੀ ਹੈ, ਐਵੇਂ ਕਰਕੇ ਇਹਦੇ 'ਚ ਟਵਿਸਟ ਹੁੰਦੇ ਨੇਗੇ। ਟਵਿਸਟ ਦਾ ਮਤਲਬ ਕੀ ਹੈ ਕਿ ਇੱਕ ਵਾਇਰ ਸਿੱਧੀ ਨਹੀਂ ਜਾਂਦੀ। ਪਹਿਲਾਂ ਦੇਖੋ ਆਹ ਵਾਲੀ ਵਾਇਰ ਹੈ, ਪਹਿਲਾਂ ਉੱਪਰ ਫਿਰ ਨੀਚੇ, ਫਿਰ ਉੱਪਰ ਫਿਰ ਨੀਚੇ, ਫਿਰ ਉੱਪਰ ਫਿਰ ਨੀਚੇ। ਇਹਦਾ ਵੀ ਇੱਕ ਰੀਜ਼ਨ ਹੈਗਾ, ਉਹ ਮੈਂ ਦੱਸਦੀ ਹਾਂ। ਸਭ ਤੋਂ ਪਹਿਲਾਂ ਟਵਿਸਟਡ ਪੇਅਰ ਕੇਬਲ ਦੇ ਵਿੱਚ ਕੀ ਹੁੰਦੇ ਨੇ? ਟਵਿਸਟ ਹੁੰਦੇ ਨੇ। ਦੂਸਰਾ ਪੁਆਇੰਟ, ਟਵਿਸਟਡ ਟਵਿਸਟਡ ਪੇਅਰ ਕੇਬਲ ਹੈ ਜਿਹੜੀ ਬਹੁਤ ਹੀ ਲੈਸ ਡਿਸਟੈਂਸ ਦੇ ਲਈ ਯੂਜ਼ ਕੀਤੀ ਜਾਂਦੀ ਹੈ। ਇਹ ਪੁਆਇੰਟ ਇੰਪੋਰਟੈਂਟਲੀ ਯਾਦ ਰੱਖ ਲਓ, ਠੀਕ ਹੈ। ਕਿਹਦੇ ਲਈ ਯੂਜ਼ ਕੀਤੀ ਜਾਂਦੀ ਹੈ? ਲੈਸ ਡਿਸਟੈਂਸ ਨੂੰ ਕਵਰ ਕਰਨ ਦੇ ਲਈ। ਫੋਰ ਐਗਜ਼ਾਮਪਲ ਇੱਕ ਲੈਬ ਦੇ ਵਿੱਚ, ਇੱਕ ਕਹਿ ਲਓ ਕਿ ਘਰ ਦੇ ਵਿੱਚ ਦੋ ਕੰਪਿਊਟਰਸ ਨੇ, ਦੋ ਕੰਪਿਊਟਰਸ ਨੂੰ ਜਦੋਂ ਅਸੀਂ ਆਪਸ ਦੇ ਵਿੱਚ ਅਟੈਚ ਕਰਨਾ ਇੱਕ ਵਾਇਰ ਦੇ ਨਾਲ ਸ਼ਾਰਟ ਡਿਸਟੈਂਸ ਦੇ, ਮਤਲਬ ਕੋਈ 5 ਮੀਟਰ ਦਾ ਡਿਸਟੈਂਸ ਹੈ, 10 ਮੀਟਰ ਦਾ ਡਿਸਟੈਂਸ ਹੈ, ਉਦੋਂ ਅਸੀਂ ਹਮੇਸ਼ਾ ਕਿਹੜੀ ਵਾਇਰ ਯੂਜ਼ ਕਰਦੇ ਹਾਂ? ਟਵਿਸਟਡ ਪੇਅਰ ਕੇਬਲ ਯੂਜ਼ ਕਰਦੇ ਹਾਂ। ਅਤੇ ਜਦੋਂ ਉਹ ਛੋਟੇ ਡਿਸਟੈਂਸ 'ਤੇ ਨੈਟਵਰਕਿੰਗ ਹੁੰਦੀ ਆ, ਛੋਟੇ ਡਿਸਟੈਂਸ 'ਤੇ ਡੇਟਾ ਸ਼ੇਅਰ ਹੁੰਦਾ ਹੈਗਾ, ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ? ਲੋਕਲ ਏਰੀਆ ਨੈਟਵਰਕ। ਅੱਗੇ ਮੈਂ ਕਨਸੈਪਟ ਪੜ੍ਹਾਉਂਗੀ ਤੁਹਾਨੂੰ ਲੈਨ ਵੈਨ ਮੈਨ ਦਾ, ਤਾਂ ਕਈ ਵਾਰੀ ਤੁਹਾਨੂੰ ਪੇਪਰ 'ਚ ਪੁੱਛ ਲੈਂਦੇ ਨੇ ਫॉर द ਲੈਨ ਕਨੈਕਟੀਵਿਟੀ, ਲੋਕਲ ਏਰੀਆ ਨੈਟਵਰਕ ਦੇ ਲਈ ਕਿਹੜੀ ਵਾਇਰ ਯੂਜ਼ ਕੀਤੀ ਜਾਂਦੀ ਹੈ? ਦੈਟ ਇਜ਼ ਟਵਿਸਟਡ ਪੇਅਰ ਕੇਬਲ। ਬਿਕਾਜ਼ ਲੈਨ ਦੇ ਵਿੱਚ ਜਿਹੜਾ PC ਨੇ, ਸਿਸਟਮਸ ਨੇ, ਕੰਪਿਊਟਰਸ ਨੇ, ਇੱਕ ਬਹੁਤ ਛੋਟੇ ਡਿਸਟੈਂਸ 'ਤੇ ਆਪਸ ਦੇ ਵਿੱਚ ਅਟੈਚ ਹੁੰਦੇ ਨੇ। ਸੋ ਦੈਟਸ ਵਾਈ ਵੀ ਯੂਜ਼ ਕਿਹੜੀ? ਟਵਿਸਟਡ ਪੇਅਰ ਕੇਬਲ। ਹੁਣ ਇਹਨੂੰ ਟਵਿਸਟ ਕਰਕੇ ਕਿਉਂ ਬਣਾਈ ਹੁੰਦੀ ਹੈ? ਇਹਦਾ ਵੀ ਇੱਕ ਫੈਕਟ ਆ। ਕਈ ਵਾਰੀ ਕੀ ਹੁੰਦਾ, ਸਾਡੇ ਕੋਈ ਨਮੀ ਆ ਗਈ, ਗਿੱਲਾ ਹੋ ਗਿਆ, ਠੀਕ ਹੈ, ਤਾਂ ਜਿਹੜੀ ਵਾਇਰ ਆ ਉਹਦੇ ਉੱਪਰ ਇਫੈਕਟ ਹੋਊਗਾ। ਜੇ ਫਾਰ ਐਗਜ਼ਾਮਪਲ ਇੱਥੇ ਇਹਨੂੰ ਕੋਈ ਨਮੀ ਲੱਗੀ, ਕੋਈ ਖਰਾਬ ਹੋ ਗਈ, ਤਾਂ ਇਹ ਨੀਚੇ ਆ ਜੂਗੀ, ਦੂਸਰੀ ਵਾਲੀ ਕਿਹੜਾ ਐਕਟਿਵ ਹੋ ਜੂ? ਇਹ ਵਾਲਾ ਪਾਰਟ ਐਕਟਿਵ ਹੋਊਗਾ, ਠੀਕ ਹੈ। ਜੇ ਇਹ 'ਤੇ ਲੱਗਿਆ ਇੱਕ ਵਾਰੀ ਨੀਚੇ ਆ ਜੀ, ਦੂਸਰੀ ਵਾਰੀ ਇਹ ਵਾਲਾ ਪਾਰਟ ਐਕਟਿਵ ਹੋਊਗਾ। ਮਤਲਬ ਇੱਕ ਵਾਰ ਵਾਇਰ ਇੱਕ ਲੰਬੇ ਟਾਈਮ ਦੇ ਲਈ ਐਕਟਿਵ ਨਹੀਂ ਰਹਿੰਦੀ, ਜੋ ਪਹਿਲੀਆਂ 'ਚ ਖਰਾਬ ਹੋ ਜਾਂਦੀ ਹੈ, ਫਿਰ ਤੁਹਾਡਾ ਕਨੈਕਸ਼ਨ ਬ੍ਰੇਕ ਹੋ ਜਾਂਦਾ ਹੈ। ਕਦੇ ਇੱਕ ਵਾਲੀ ਵਾਇਰ, ਕਦੇ ਦੂਜੇ ਵਾਲੀ ਵਾਇਰ, ਇਸ ਤਰੀਕੇ ਨਾਲ ਟਵਿਸਟਿੰਗ ਹੋ ਕੇ ਕੀ ਹੁੰਦੀਆਂ ਨੇ? ਉਹ ਐਕਟਿਵ ਹੁੰਦੀਆਂ ਨੇ, ਠੀਕ ਹੈ। ਦੂਸਰੀ ਜਿਹੜੀ ਟਾਈਪ ਹੈ ਉਹ ਰਾਜੇ ਹੈਗੀ ਹੈ ਕੋਐਕਸੀਅਲ ਕੇਬਲ ਦੀ। ਵਾਇਰਡ ਮੀਡੀਆ ਦੇ ਵਿੱਚ ਦੂਸਰੀ ਟਾਈਪ ਹੈ ਜਿਹੜੀ ਕੋਐਕਸੀਅਲ ਕੇਬਲ। ਕਰ ਅਸੀਂ ਸਾਰੀਆਂ ਵਾਇਰਸ ਰਹੇ ਹਾਂ, ਇਹ ਸਾਰਾ ਜਿਹੜਾ ਨੈਟਵਰਕਿੰਗ ਹੈ ਜਾਂ ਜਿਹੜੀ ਸਾਰੇ ਦਾ ਸਾਰਾ ਸਿਸਟਮ ਹੈ ਇਹ ਵਾਇਰਡ ਹੀ ਹੁੰਦਾ ਹੈ, ਠੀਕ ਹੈ। ਹੁਣ ਇੱਕ ਚੀਜ਼ ਯਾਦ ਰੱਖਣੀ ਹੈ, ਜਦੋਂ ਅਸੀਂ ਹਾਇਰ ਫ੍ਰੀਕੁਐਂਸੀ ਦੇ ਸਿਗਨਲਸ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਭੇਜਣੇ ਹੁੰਦੇ ਨੇ, ਠੀਕ ਹੈ। ਹਾਇਰ ਫ੍ਰੀਕੁਐਂਸੀ ਮਤਲਬ ਜਿੰਨੇ ਤੁਹਾਡੇ ਸਿਗਨਲ ਸਟਰੋਂਗ ਹੋਣਗੇ, ਉਹਨਾਂ ਸਿਗਨਲਸ ਨੂੰ ਜਿਹੜਾ ਮੀਡੀਆ ਆ ਉਹ ਵੀ ਸਟਰੋਂਗ ਚਾਹੀਦਾ ਆ, ਠੀਕ ਹੈ। ਹਾਇਰ ਫ੍ਰੀਕੁਐਂਸੀ ਸਿਗਨਲਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਭੇਜਣ ਦੇ ਲਈ ਅਸੀਂ ਹਮੇਸ਼ਾ ਕੀ ਯੂਜ਼ ਕਰਦੇ ਆਂਗੇ? ਕੋਐਕਸੀਅਲ ਕੇਬਲ ਯੂਜ਼ ਕਰਦੇ ਆਂਗੇ। ਇਹ ਥੋੜ੍ਹੀਆਂ ਜਿਹੀਆਂ ਸਟਰੋਂਗ ਵਾਇਰਸ ਹੁੰਦੀਆਂ ਨੇ ਔਰ ਇਹ ਲੌਂਗ ਡਿਸਟੈਂਸ ਦੇ ਲਈ ਯੂਜ਼ ਕੀਤੀਆਂ ਜਾਂਦੀਆਂ ਨੇ। ਸਭ ਤੋਂ ਪਹਿਲਾਂ ਕਿਹੜਾ ਹੋ ਗਿਆ ਸਾਡਾ? ਹਾਈ ਫ੍ਰੀਕੁਐਂਸੀ ਵਾਲਾ, ਠੀਕ ਹੈ, ਹਾਈ ਫ੍ਰੀਕੁਐਂਸੀ ਵਾਲਾ। ਦੂਸਰਾ ਪੁਆਇੰਟ ਕੀ ਹੋ ਗਿਆ? ਲੌਂਗ ਡਿਸਟੈਂਸ ਦੇ ਲਈ, ਲੌਂਗ ਡਿਸਟੈਂਸ ਦੇ ਲਈ। ਤੀਸਰਾ ਪੁਆਇੰਟ ਯਾਦ ਰੱਖਿਓ, ਜਿਹੜੀ ਤੁਹਾਡੀ ਕੋਐਕਸੀਅਲ ਕੇਬਲ ਹੈ ਕੰਪੈरेटिवली ਟਵਿਸਟਡ ਪੇਅਰ ਕੇਬਲ ਜ਼ਿਆਦਾ ਸਟਰੋਂਗ ਹੁੰਦੀ ਆ, ਠੀਕ ਹੈ। ਟਵਿਸਟਡ ਪੇਅਰ ਕੇਬਲ ਹੈ ਜਿਹੜੀ ਥੋੜ੍ਹੀ ਜਿਹੀ ਕਹਿ ਲਓ ਕਿ ਕੁਆਲਿਟੀ ਦੇ ਵਿੱਚ ਜਾਂ ਥੋੜ੍ਹੀ ਘੱਟ ਰੇਟ ਦੀ ਹੁੰਦੀ ਆ, ਸੋ ਅਸੀਂ ਉਹਨੂੰ ਘਰਾਂ ਦੇ ਵਿੱਚ ਨੋਰਮਲੀ ਲਾ ਸਕਦੇ ਹਾਂ। ਪਰ ਜਦੋਂ ਅਸੀਂ ਕਮਿਊਨੀਕੇਸ਼ਨ ਆਪਾਂ ਕਹਿ ਲਈਏ ਕਿ ਇੱਕ ਸਿਟੀ ਦੇ ਵਿੱਚ ਕਰਨਾ ਆ, ਇੱਕ ਲੰਬੇ ਡਿਸਟੈਂਸ ਦੇ ਵਿੱਚ ਕਰਨਾ ਆ, ਉਦੋਂ ਅਸੀਂ ਹਮੇਸ਼ਾ ਕਿਹੜੀ ਕੇਬਲ ਯੂਜ਼ ਕਰਦੇ ਹਾਂ? ਕੋਐਕਸੀਅਲ ਕੇਬਲ ਯੂਜ਼ ਕਰਦੇ ਹਾਂ। ਹੁਣ ਮੈਂ ਸਿਟੀ ਦੇ ਵਿੱਚ ਨੈਟਵਰਕ ਦੀ ਗੱਲ ਕੀਤੀ ਆ, ਜਿਵੇਂ ਕਿ ਸਾਨੂੰ ਪਤਾ ਹੈ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਕੇਬਲ TV ਚੱਲਦੇ ਨੇ। ਕੇਬਲਸ ਨੇ ਜਿਹੜੀਆਂ ਉਹ
ਅਟੈਚ ਹੋ ਕੇ ਸਾਡੇ ਛੱਤਾਂ ਦੇ ਉੱਪਰ ਦੀ ਕੇਬਲਸ ਆਉਂਦੀਆਂ ਨੇ, ਇੱਕ ਕੇਬਲ ਸਾਡੇ ਨੀਚੇ ਉਤਰ ਜਾਂਦੀ ਹੈ, ਫਿਰ ਅੱਗੇ ਕਨੈਕਟੀਵਿਟੀ। ਸੋ ਬੇਸਿਕਲੀ ਇਹੋ ਜਿਹਾ ਸਿਸਟਮ ਹੁੰਦਾ ਜਿਹੜਾ ਲਾਈਕ ਕੇਬਲ ਟੀਵੀ ਵਾਲਾ ਸਿਸਟਮ ਹੁੰਦਾ ਹੈ, ਉਹਦੀ ਅਟੈਚਮੈਂਟ ਦੇ ਲਈ ਜਦੋਂ ਅਸੀਂ ਵਾਇਰ ਯੂਜ਼ ਕਰਦੇ ਹਾਂ, ਉਹ ਕਿਹੜੀ ਵਾਇਰ ਹੁੰਦੀ ਹੈ ਰਾਜੇ? ਕੋਐਕਸੀਅਲ ਕੇਬਲ ਹੁੰਦੀ ਹੈ। ਜੇ ਤੁਹਾਨੂੰ ਐਗਜ਼ਾਮਪਲ ਵੀ ਪੁੱਛ ਲੈਣ ਨਾ ਕਿ ਜਿਹੜੀਆਂ ਸਾਡੀਆਂ ਟੀਵੀ ਦੀਆਂ ਕੇਬਲਸ ਨੇ ਉਹਨਾਂ ਦੇ ਲਈ ਕਿਹੜੀ ਵਾਇਰ ਯੂਜ਼ ਕੀਤੀ ਜਾਂਦੀ ਹੈ? ਕੋਐਕਸੀਅਲ ਵਾਇਰ ਯੂਜ਼ ਕੀਤੀ ਜਾਂਦੀ ਹੈ, ਕਿਉਂਕਿ ਹਾਈ ਫ੍ਰੀਕੁਐਂਸੀ ਵਾਲੀ ਹੁੰਦੀ ਆ ਔਰ ਇਹਦਾ ਪਰਪਸ ਲੌਂਗ ਡਿਸਟੈਂਸਿੰਗ ਨੂੰ ਕਵਰ ਕਰਨ ਲਈ ਹੁੰਦਾ ਹੈ। ਇਹ ਥੋੜੀ ਜਿਹੀ ਸਟਰੋਂਗ ਬਣੀ ਹੁੰਦੀ ਹੈ, ਤੁਸੀਂ ਇਹਨੂੰ ਖੋਲ ਕੇ ਦੇਖੋ, ਉਹਦੇ ਨੀਚੇ ਇੱਕ ਛੋਟਾ ਜਿਹਾ ਬਣਿਆ, ਫਿਰ ਉਹਦੇ ਉੱਪਰ ਇੱਕ ਲੇਅਰ ਬਣੀ ਹੈ, ਫਿਰ ਉਹਦੇ ਉੱਪਰ ਇੱਕ ਲੇਅਰ ਬਣੀ ਹੈ, ਥੋੜੀ ਸਟਰੋਂਗ ਬਣਾਈ ਜਾਂਦੀ ਹੈ ਕਿਉਂਕਿ ਛੱਤ ਤੇ ਧੁੱਪ ਵੀ ਲੱਗਣੀ ਆ, ਮੀਂਹ ਵੀ ਪੈਣਾ ਹੈ, ਸੋ ਉਹ ਕੀ ਨਾ ਹੋ ਜੇ, ਖਰਾਬ ਨਾ ਹੋ ਜੇ। ਠੀਕ ਹੈ, ਜਿਹੜਾ ਤੁਹਾਡਾ ਤੀਸਰਾ ਟਾਈਪ ਹੈਗਾ ਕੇਬਲ ਦਾ, ਉਹ ਸਭ ਤੋਂ ਹਾਇਰ ਲੈਵਲ ਦੀ ਕੇਬਲ ਹੁੰਦੀ ਆ ਔਰ ਕਾਸਟਲੀ ਵੀ ਹੁੰਦੀ ਹੈ, ਦੈਟ ਇਜ਼ ਫਾਈਬਰ ਆਪਟਿਕ ਕੇਬਲ। ਕਿਹੜੀ ਕੇਬਲ ਹੁੰਦੀ ਆ ਉਹ? ਫਾਈਬਰ ਆਪਟਿਕ ਕੇਬਲ। ਹੁਣ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਭਾਈ ਫਾਈਬਰ ਨੈਟ ਆ ਰਿਹਾ ਜੀਓ ਵਾਲਿਆਂ ਦਾ, ਫਾਈਬਰ ਨੈਟ ਆ ਰਿਹਾ ਜੀਓ ਵਾਲਿਆਂ ਦਾ, ਇਹ ਆ ਰਹੀ ਹੈ। ਠੀਕ ਹੈ, ਪਹਿਲੀ ਗੱਲ ਤਾਂ ਜਿਹੜੀ ਤੁਹਾਡੀ ਫਾਈਬਰ ਆਪਟਿਕ ਕੇਬਲ ਹੈ, ਇਹ ਹਮੇਸ਼ਾ ਹੀ ਡੇਟਾ ਟਰਾਂਸਫਰ ਕਰਦੀ ਹੈ ਇਨ ਦਾ ਫਾਰਮ ਆਫ, ਜਾਂ ਫਿਰ ਅਸੀਂ ਕਹਿ ਲਈਏ ਕਿ ਕਿਹੜੀ ਫਾਰਮ ਦੇ ਵਿੱਚ ਡੇਟਾ ਜਿਹੜਾ ਸਾਡੀ ਫਾਈਬਰ ਆਪਟਿਕ ਟਰਾਂਸਫਰ ਕਰਦੀ ਹੈ? ਲਾਈਟ ਦੀ ਫਾਰਮ ਦੇ ਵਿੱਚ। ਪਹਿਲਾ ਪੁਆਇੰਟ ਜਿਹੜਾ ਯਾਦ ਰੱਖੋਗੇ, ਫਾਈਬਰ ਆਪਟਿਕ ਕੇਬਲ ਇਜ਼ ਮੇਡ ਆਫ ਗਲਾਸ। ਕਿਹਦੀ ਬਣੀ ਹੁੰਦੀ ਹੈ? ਗਲਾਸ ਦੀ, ਇੱਕ ਸਪੈਸੀਫਿਕ ਟਾਈਪ ਦੇ ਸ਼ੀਸ਼ੇ ਦੀ ਬਣੀ ਹੁੰਦੀ ਆ, ਜਿਹੜੀ ਕਿਹੜੀ ਫਾਰਮ ਦੇ ਵਿੱਚ ਡੇਟਾ ਸੈਂਡ ਕਰਦੀ ਆ? ਇਨ ਦਾ ਫਾਰਮ ਆਫ ਲਾਈਟ। ਤੇ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ, ਸਾਡੇ ਪੂਰੇ ਦੇ ਪੂਰੇ ਯੂਨੀਵਰਸ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਸਪੀਡ ਕਿਸੇ ਚੀਜ਼ ਦੀ ਹੈਗੀ ਹੈ, ਉਹ ਲਾਈਟ ਦੀ ਸਪੀਡ ਹੁੰਦੀ ਹੈ। ਸਭ ਤੋਂ ਜ਼ਿਆਦਾ ਤੇਜ਼ੀ ਨਾਲ, ਸਪੀਡ ਦੇ ਨਾਲ ਜੇ ਕੋਈ ਕਹਿ ਲਓ ਕਿ ਚੀਜ਼ ਹੈਗੀ ਆ, ਉਹ ਕੀ ਹੈ? ਲਾਈਟ ਹੈ। ਸੋ ਬੇਸਿਕਲੀ ਜਦੋਂ ਅਸੀਂ ਕਦੇ ਵੀ ਸਿਗਨਲਸ ਲਾਈਟ ਦੇ ਥਰੂ ਸੈਂਡ ਕਰਦੇ ਹਾਂ, ਕਦੇ ਵੀ ਡੇਟਾ ਲਾਈਟ ਵਾਲੇ ਉਹਦੇ ਵਾਇਰ ਦੇ ਥਰੂ ਸੈਂਡ ਕਰਦੇ ਹਾਂ, ਤਾਂ ਉਹ ਹਮੇਸ਼ਾ ਕੀ ਹੁੰਦਾ ਹੈਗਾ? ਫਾਸਟ ਹੁੰਦਾ ਹੈਗਾ, ਸਪੀਡ ਵਾਲਾ ਹੁੰਦਾ। ਸਾਨੂੰ ਨੈਟ ਕੀ ਚਾਹੀਦਾ? ਫਾਸਟ ਨੈਟ ਚਾਹੀਦਾ। ਹਰ ਇੱਕ ਦੀ ਰਿਕੁਆਇਰਮੈਂਟ ਕੀ ਹੈ? ਸਾਨੂੰ ਫਾਸਟ ਨੈਟ ਚਾਹੀਦਾ। ਸੋ ਬੇਸਿਕਲੀ ਜਿੱਥੇ ਸਾਨੂੰ ਬਹੁਤ ਜ਼ਿਆਦਾ ਫਾਸਟ ਰਿਕੁਆਇਰਮੈਂਟ ਹੁੰਦੀ ਹੈ ਇੰਟਰਨੈਟ ਦੀ, ਕਨੈਕਸ਼ਨਸ ਦੀ, ਨੈਟਵਰਕਿੰਗ ਦੀ, ਉੱਥੇ ਅਸੀਂ ਕੀ ਯੂਜ਼ ਕਰਦੇ ਹਾਂ? ਫਾਈਬਰ ਆਪਟਿਕ ਕੇਬਲ ਯੂਜ਼ ਕਰਦੇ ਆਂਗੇ। ਇਹ ਚੀਜ਼ ਯਾਦ ਰੱਖਿਓ। ਔਰ ਦੂਸਰਾ ਪੁਆਇੰਟ ਹੈ ਜਿਹੜਾ ਤੁਹਾਡਾ, ਇਹ ਟਵਿਸਟਡ ਪੇਅਰ ਕੇਬਲ ਦੇ ਕੰਪੈਰੇਟਿਵਲੀ ਤੇ ਕੋਐਕਸੀਅਲ ਕੇਬਲ ਜਿਹੜੇ ਅਸੀਂ ਦੋ ਪਹਿਲਾਂ ਕੀਤੇ ਨੇ, ਉਹਨਾਂ ਦੇ ਕੰਪੈਰੇਟਿਵਲੀ ਸਟਰੋਂਗ, ਮਹਿੰਗੀ ਔਰ ਜ਼ਿਆਦਾ ਕੀ ਹੁੰਦੀ ਹੈ? ਅੱਛੀ ਹੁੰਦੀ ਹੈਗੀ। ਠੀਕ ਹੈ, ਸੋ ਇਹਨੂੰ ਅਸੀਂ ਨਾਰਮਲੀ ਨਹੀਂ ਯੂਜ਼ ਕਰਦੇਗੇ। ਇਹ ਜਿਵੇਂ ਅਸੀਂ ਸਪੈਸੀਫਿਕ ਕੋਈ ਸਾਡੀ ਰਿਕੁਆਇਰਮੈਂਟ ਹੈ ਕਿ ਸਾਨੂੰ ਇੰਟਰਨੈਟ ਦੀ ਫਾਸਟ ਉਹ ਚਾਹੀਦੀ ਹੈ, ਸਪੀਡ ਚਾਹੀਦੀ ਹੈ, ਤਾਂ ਅਸੀਂ ਉਦੋਂ ਵੱਧ ਪੈਸੇ ਲਾ ਕੇ ਇਹਨਾਂ ਨੂੰ ਲਵਾ ਲੈਂਦੇ ਹਾਂ। ਦਿਸ ਇਜ਼ ਫਾਈਬਰ ਆਪਟਿਕ ਕੇਬਲ। ਸੋ ਇਹ ਤਿੰਨ ਕੇਬਲਸ ਸੀਗੀਆਂ, ਜਿਹੜੀਆਂ ਤਿੰਨ ਵਾਇਰਸ ਸੀਗੀਆਂ, ਜਿਹੜੀਆਂ ਕਿ ਤੁਹਾਡੇ ਵਾਇਰਡ ਮੀਡੀਆ ਦੇ ਲਈ ਜਾਂ ਵਾਇਰਡ ਕਨੈਕਸ਼ਨਸ ਦੇ ਲਈ ਜਾਂ ਵਾਇਰਡ ਟੈਕਨੋਲੋਜੀ ਦੇ ਲਈ ਯੂਜ਼ ਹੁੰਦੀਆਂ ਨੇ। ਕੋਐਕਸੀਅਲ ਕੇਬਲ ਸੀ, ਟਵਿਸਟਡ ਪੇਅਰ ਕੇਬਲ ਸੀ, ਫਾਈਬਰ ਆਪਟਿਕ ਸੀ। ਸਭ ਤੋਂ ਅੱਛੀ ਕਿਹੜੀ ਆ? ਫਾਈਬਰ ਆਪਟਿਕ, ਕਿਉਂਕਿ ਸਪੀਡ ਜ਼ਿਆਦਾ ਹੁੰਦੀ ਹੈ। ਕਿਹਦੀ ਫਾਰਮ 'ਚ ਡੇਟਾ ਸੈਂਡ ਕਰਦੀ ਹੈ? ਲਾਈਟ ਦੀ ਫਾਰਮ ਦੇ ਵਿੱਚ। ਉਸ ਤੋਂ ਸੈਕਿੰਡ ਨੰਬਰ 'ਤੇ ਅੱਛੀ ਕਿਹੜੀ ਹੈ? ਕੋਐਕਸੀਅਲ ਕੇਬਲ ਹੈ, ਲੌਂਗ ਡਿਸਟੈਂਸਿੰਗ ਦੇ ਲਈ ਹੁੰਦੀ ਹੈ। ਔਰ ਟੀਵੀ ਕੇਬਲਸ ਦੀ ਹਮੇਸ਼ਾ ਕੇਬਲ ਦੀ ਫਾਰਮ ਕਿਹੜੀ ਹੁੰਦੀ ਹੈ? ਕੋਐਕਸੀਅਲ ਹੁੰਦੀ ਆ। ਫਸਟ ਫਾਰਮ ਕਿਹੜੀ ਸੀ ਤੁਹਾਡੀ? ਟਵਿਸਟਡ ਪੇਅਰ ਕੇਬਲ। ਇਹ ਥੋੜੇ ਸ਼ਾਰਟ ਡਿਸਟੈਂਸਸ ਦੇ ਲੋਕਲ ਏਰੀਆ ਨੈਟਵਰਕਿੰਗ ਦੇ ਲਈ ਯੂਜ਼ ਹੁੰਦੀ ਆ, ਔਰ ਜੇ ਅਸੀਂ ਇਹਦੀ ਗੱਲ ਕਰੀਏ ਸਸਤੀ ਵੀ ਪੈਂਦੀ ਹੈ ਸਾਨੂੰ ਕਿਤੇ ਨਾ ਕਿਤੇ। ਦੂਸਰੀ ਜਿਹੜੀ ਸਾਡੀ ਟਾਈਪ ਹੈਗੀ ਆ, ਉਹ ਹੈਗੀ ਆ ਅਨਗਾਈਡਡ ਮੀਡੀਆ ਔਰ ਵਾਇਰਲੈਸ ਮੀਡੀਆ। ਹਾਂਜੀ,